वाहिगुरु जी का खालसा वाहिगुरु जी की फतेह। पतत पावन भगत वत्सल शब्द गुर पीरा श्री गुरु ग्रंथ साहिब सच्चे पातशाह जी दी पावन गोद दा निग मान रही गुरु प्यारी साध संगत जियो। सतगुरां दी अपार दया बख्शिश द्वारा ये शुभ घड़ियां प्राप्त हुई ने। आओ इन्हां दा आनंद माणीए। गुर इतिहास के पावन प्रसंगां विचों आप जी ने सरवण किया। सिद्धां दे गुरु गोरखनाथ ने अपनी सिद्ध मंडली विच आखिया कोई नानक नाम का तपा सुमेर पर्वत ते आया है। बड़ा शक्तिवान है, वली है। जे कोई सिद्ध उन्हें झुका के अपने नाथ पंथ विच लै आवे उन्हें अमर पद की प्राप्ति होएगी। ये सुन के सिद्ध आक्रोश विच आए। सब तो पिछे बैठा सी मछिंदर नाथ। गुस्से विच उठ के आया, कहता गुरुदेव मैनू आग्ञा दिओ, मैं ते चेले बना के लै आवांगा कन्नां च मुंदरां पा। हंकार विच आके अपने गुरु तो थापड़ा लेके सतगुरां दे आ गया सामने। गुरु बाबा जी का राह रोक के कहता कित्थे चले हो, कित्थों आए हो, अगे जा नहीं सकते। जा ते मेरे चेले बन जाओ, राज भाग ले लो, मुक्त भी कर सकता तो। बड़े रोब दे नाल गुरु नानक साहब जी उत्ते सवालों की झड़ी लाउंदा है। दिल विच हंकार है, शायद ये फकीर साधु ये बच्चे डर जाणगे मेरे तो। इन्हां सारे प्रकरणां नूं आप जी ने विस्तार सहित सरवण कीता है। आओ जी कुछ समा बिरतियां नूं एकाग्र चित बनाइए, पाओ प्रेम दी सांझ। गज बज के आखो जी सतनाम श्री वाहिगुरु साहिब जी। सतनाम श्री वाहिगुरु साहिब जी। जोग चाहो जोग लीजै, ना तो लीजै राज को। जे न माने बात मेरी, देखो ना कुशल तेरी। भाई बाला जी ये पावन कथा दूजे नानक गुरु अंगद देव पातशाह जी नूं सुना रहे ने। जदों साडियां राहां दे विच मछिंदर नाथ आया है, बड़े आक्रोश विच है, गुस्से विच है, क्रोध दा भरिया है ते हंकारिया होया है। उहदे शब्दां दी भाषा च हंकार झलकदा सी। कित्थों आए हो, कित्थे चले हो, मैनू अपना गुरु धारण करो, नाथां दे पंथ विच आओ ते कन्नां च पाओ मुंदरां। साडे पंजाबी वाले मुहावरा वरतदे आ, इहनूं कहंदे आ सती ना बुलाई मैं लाड़े दी ताई। ना ते गुरु नानक पातशाह बारे कुछ जानदा है,
ਆਪਣੇ ਗੁਰੂ ਕੋਲੋਂ ਸੁਣ ਕੇ ਐਵੇਂ ਧੱਕੇ ਨਾਲ ਹੀ ਚੌਧਰ ਘੋੜਦਾ, ਮੈਨੂੰ ਗੁਰੂ ਬਣਾ ਲਓ। ਜੇ ਤੁਸੀਂ ਮੈਨੂੰ ਗੁਰੂ ਧਾਰਨ ਨਹੀਂ ਕਰਦੇ, ਕਿਹਨੂੰ ਕਹਿੰਦਾ ਹੈ? ਰੱਬੀ ਨੂਰ ਗੁਰੂ ਨਾਨਕ ਪਾਤਸ਼ਾਹ ਨੂੰ ਕਹਿੰਦਾ, ਫਿਰ ਪ੍ਰਾਣਾਂ ਤੋਂ ਵੀ ਜਾਓਗੇ। ਜ਼ਿੰਦਗੀ ਜਿਉਣ ਦਾ ਅਧਿਕਾਰ ਵੀ ਤੁਹਾਡੇ ਕੋਲ ਨਹੀਂ ਹੈ ਜੇ ਤੁਸੀਂ ਮੈਨੂੰ ਆਪਣਾ ਗੁਰੂ ਨਹੀਂ ਮੰਨਦੇ, ਸਿੱਧ ਨਹੀਂ ਬਣਦੇ, ਐਵੇਂ ਧੱਕੇ ਨਾਲ ਹੀ ਖਾਂ। ਗੁਰੂ ਨਾਨਕ ਪਾਤਸ਼ਾਹ ਵੇਖ ਕੇ ਮੁਸਕਰਾ ਪਏ। ਜਿਉਂ ਜਿਉਂ ਸਤਿਗੁਰੂ ਮੁਸਕਰਾਉਂਦੇ ਆ, ਤਿਉਂ ਤਿਉਂ ਗੁੱਸੇ ਵਿੱਚ ਭਰਿਆ ਪੀਤਾ ਮਛੰਦਰਨਾਥ ਸਤਿਗੁਰਾਂ ਨੂੰ ਦਾਬੇ ਮਾਰਦਾ ਏ। ਆਹੋਂ ਢੇਰ ਢੇਰ ਹਟ ਜਿਐ, ਚਾਹੋਂ ਲਾਜ ਕੋ। ਬੜੇ ਗੁੱਸੇ ਚ ਆ ਕੇ ਬੋਲਦਾ ਹੈ, ਕਹਿੰਦਾ ਅਜੇ ਵੀ ਨਹੀਂ ਰੁਕਦੇ, ਹੱਸਦੇ ਹੋ। ਮੈਂ ਤੁਹਾਡਾ ਰਾਹ ਰੋਕ ਕੇ ਤੁਹਾਨੂੰ ਸਮਝਾਉਣਾ, ਜਾਂ ਵਾਪਸ ਚਲੇ ਜਾਓ, ਜਾਂ ਮੈਨੂੰ ਆਦੇਸ਼ ਕਹਿ ਕੇ ਮੇਰੇ ਪੈਰੀ ਮੱਥਾ ਟੇਕ ਦਿਓ। ਗੁਰੂ ਬਾਬਾ ਜੀ ਹੱਸੇ ਮੁਸਕਰਾਏ, ਕਹਿੰਦੇ ਬਾਲਿਆ ਸੁਣਿਆ ਕੀ ਕਹਿੰਦਾ? ਕਹਿੰਦਾ ਟਿਚਰਾਂ ਦਾ ਵੇੜਾ ਨਹੀਂ ਹੈ, ਤੁਸੀਂ ਮੈਨੂੰ ਹਲਕੇ ਚ ਲਈ ਬੈਠੇ ਹੋ। ਸਿੱਧਾਂ ਦੇ ਵਿੱਚ ਮੇਰਾ ਵੱਡਾ ਰੁਤਬਾ ਹੈ। ਸਤਿਗੁਰ ਤਾਂ ਹੱਸਦੇ ਆ ਵੀ ਪਹਿਲਾਂ ਤੇਰਾ ਗੁਰੂ ਖੈਰ ਲੈ ਕੇ ਗਿਆ, ਹੁਣ ਤੂੰ ਆ ਗਿਆ। ਪਰ ਮਛਿੰਦਰਨਾਥ ਨੂੰ ਇਹ ਲੱਗਦਾ ਵੀ ਮੈਨੂੰ ਲਾਈਟਲੀ ਲਈ ਫਿਰਦੇ, ਵੀ ਮੇਰੇ ਬਾਰੇ ਇਹ ਕੁਝ ਜਾਣਦੇ ਨਹੀਂ। ਗੁਰੂ ਮਸਕਾਨੋ ਮੁਖ ਬਚਨ ਬਖਾਨਾ, ਜੋ ਇੱਛੈ ਮਛਿੰਦਰਾ ਸੋ ਮੰਗ ਨਿਜ ਲੀਜੀਏ। ਬੜੇ ਗੁੱਸੇ ਜਾ ਕੇ ਸਤਿਗੁਰਾਂ ਨੂੰ ਕਹਿੰਦਾ, ਉਹ ਬੱਚਿਆ ਬਾਲਕਾ ਹੱਸਦਾ ਕਿਉਂ ਹੈ? ਮਰਦ ਹੱਸਦੇ ਹੱਸਦੇ ਕਹਿੰਦੇ, ਮਛਿੰਦਰਾ ਤੂੰ ਸਾਡੇ ਤੋਂ ਜੋ ਮਰਜ਼ੀ ਮੰਗ ਲਾ, ਜੋ ਤੇਰੀ ਇੱਛਾ ਅੱਜ ਮੰਗ ਲਾ ਤੈਨੂੰ ਦੇ ਦਿਆਂਗੇ। ਕਿਉਂਕਿ ਅਮਰਦ ਨੇ ਉਹ ਕਹਿੰਦਾ ਸੀ, ਜਾਂ ਰਾਜ ਮੰਗ ਲਓ, ਜਾਂ ਯੋਗ ਮੰਗ ਲਓ, ਜਾਂ ਮੰਗ ਲਓ ਮੇਰੇ ਤੋਂ ਮੁਕਤੀ। ਤਿੰਨ ਆਪਸ਼ਨਾਂ ਰੱਖਦੀਆਂ। ਗੁਰੂ ਬਾਬਾ ਜੀ ਕਹਿੰਦੇ, ਤੇਰਾ ਜੋ ਚਿੱਤ ਕਰਦਾ ਹੈ, ਮਨ ਕਰਦਾ ਹੈ, ਸਾਡੇ ਤੋਂ ਅੱਜ ਮੰਗ ਲੈ। ਤੋ ਕੋ ਬਖਸ਼ਾਏ ਕਰਤਾਰ ਤੇ ਦਵਾਏ, ਪਰ ਬੋਲ ਕਹਿ ਕਾ ਬੋਲ ਬੋਲ ਹਮ ਸੋ ਨਾ ਖੀਜੀਏ। ਅੰਤਰਜਾਮੀ ਸਤਿਗੁਰੂ ਕਹਿੰਦੇ, ਆ ਤੈਨੂੰ ਰੱਬ ਕੋਲ ਲੈ ਚੱਲੀਏ, ਬਖਸ਼ਾ ਲਿਆਈਏ ਪਰਮਾਤਮਾ ਕੋਲੋਂ। ਸਿੱਧ ਤੇ ਕਹਿੰਦੇ ਸਾਡੇ ਜਿੰਨੀ ਭਗਤੀ ਕੋਈ ਨਹੀਂ। ਮੇਰਾ ਬਾਬਾ ਨਾਨਕ ਕਹਿੰਦਾ ਆ ਤੈਨੂੰ ਬਖਸ਼ਾਵਾਂ। ਬਖਸ਼ਾਇਆ ਤੇ ਉਹਨੂੰ ਜਾਊਗਾ ਜੀ ਜਿਹਦੇ ਗੁਨਾਹ ਬਹੁਤ ਵੱਡੇ ਆ। ਮਤਲਬ ਸਿੱਧਾਂ ਨੇ ਭਗਤੀ ਦੇ ਰੂਪ 'ਚ ਵੱਡੇ ਵੱਡੇ ਪਾਪ ਕਰ ਲਏ। ਕਈ ਵਾਰ ਨਾ ਅਸੀਂ ਧਰਮ ਕਮਾਉਂਦੇ ਕਮਾਉਂਦੇ ਬਹੁਤ ਵੱਡੇ ਅਣਜਾਣੇ 'ਚ ਪਾਪ ਕਰ ਜਾਂਦੇ ਆ। ਸਤਿਗੁਰ ਕਹਿੰਦੇ ਬਖਸ਼ਾ ਦਿੰਨੇ ਆ ਤੈਨੂੰ, ਪਰ ਇੱਕ ਗੱਲ ਹੈ ਮਛਿੰਦਰਾ, ਕੌੜੇ ਬੋਲ ਨਾ ਬੋਲ। ਹੰਕਾਰ ਵਿੱਚ ਆ ਕੇ ਸਾਨੂੰ ਦਾਬੇ ਨਾ ਮਾਰ। ਗੁਰੂ ਸਾਹਿਬ ਨੇ ਕਹਿਤਾ, ਕਹਿੰਦੇ ਅਸੀਂ ਤੇਰਾ ਕੀ ਵਿਗਾੜਿਆ, ਤੂੰ ਸਾਨੂੰ ਕੌੜੇ ਬੋਲ ਬੋਲਦਾ, ਮੰਦੜੇ ਬੋਲ ਬੋਲਦਾ ਆ ਕੇ। ਗੁੱਸੇ ਚ ਆ ਕੇ ਬੋਲਦਾ। ਸਾਹਿਬ ਕਹਿੰਦੇ ਨੀਵਾਂ ਹੋ ਕੇ ਬੋਲ। ਮਛਿੰਦਰਾ ਰੁੱਖਿਆਂ ਬੋਲਾਂ ਦੇ ਵਿੱਚ ਕੁਝ ਨਹੀਂ ਮਿਲਦਾ। ਨਾਨਕ ਫਿੱਕਾ ਬੋਲੇ ਤਨ ਮਨ ਫਿੱਕਾ ਹੋਏ। ਜੋ ਫਿੱਕੇ ਬੋਲ ਬੋਲਦਾ ਹੈ, ਬੋਲਣ ਵਾਲੇ ਦਾ ਵੀ ਤੇ ਸੁਣਨ ਵਾਲੇ ਦਾ ਵੀ ਮਨ ਫਿੱਕਾ, ਕਹੀਏ ਦੁਖੀ ਹੋ ਜਾਂਦਾ, ਪਰੇਸ਼ਾਨ ਹੋ ਜਾਂਦਾ। ਗੁਰੂ ਸਾਹਿਬ ਕਹਿੰਦੇ ਆ ਫਿੱਕੇ ਬੋਲ ਨਾ ਬੋਲ, ਸਨ ਮਿੱਠਾ ਬੋਲ। ਭਾਈ ਅਸੀਂ ਤੇਰਾ ਆਦਰ ਕਰਦੇ ਆ, ਮਾਣ ਕਰਦੇ ਆ, ਤੂੰ ਸਾਨੂੰ ਡਰਾਉਣਾ ਏ। ਜਹਾਂ ਲਗ ਚਾਹੇ ਤਹਾਂ ਤੀਕੇ ਹਮ ਜਾਹੇ, ਔਰ ਤੇਰੇ ਕਹੇ ਹਟੈ ਨਾਹੀ, ਸੱਚ ਜੋ ਭਤੀਜੀਏ। ਉਸੇ ਜਾ ਕੇ ਕਹਿੰਦਾ ਸੀ ਨਾ, ਕਿੱਥੇ ਚੱਲੇ ਹੋ, ਅੱਗੇ ਜਾ ਨਹੀਂ ਸਕਦੇ। ਮਹਾਰਾਜ ਉਸ ਗੱਲ ਦਾ ਜਵਾਬ ਦਿੰਦੇ ਆ, ਕਹਿੰਦੇ ਜਿੱਥੋਂ ਤੱਕ ਸਾਡਾ ਮਨ ਕਰੇਗਾ, ਚਿੱਤ ਕਰੇਗਾ, ਅਸੀਂ ਉੱਥੋਂ ਤੱਕ ਜਾਵਾਂਗੇ। ਤੇਰੇ ਬੋਲ, ਤੇਰੀ ਸ਼ਕਤੀ, ਤੇਰੀ ਕਰਾਮਾਤ ਅਜਮਾ ਕੇ ਵੇਖ ਲਾ, ਸਾਨੂੰ ਰੋਕ ਨਹੀਂ ਸਕਦੀ। ਆਖੋ ਸਤਿਨਾਮ। ਕੋਈ ਹੰਕਾਰੇ ਹੋਏ ਬੰਦੇ ਨੂੰ ਕੋਈ ਇਹ ਗੱਲ ਕਹਿ ਦੇ, ਜਰੀ ਜਾਊ ਉਹਦੇ ਤੋਂ, ਬਰਦਾਸ਼ਤ ਕਰ ਸਕਦਾ ਹੈ? ਹੰਕਾਰੀ ਆਖੇ ਤੈਨੂੰ ਘਰੋਂ ਬਾਹਰ ਨਹੀਂ ਜਾਣ ਦਿੰਦਾ, ਤੇਰਾ ਮੈਂ ਆਹ ਕਰ ਦੂੰ, ਤੇਰਾ ਆਹ ਕਰ ਦੂੰ, ਤੇ ਅੱਗੋਂ ਸਾਹਮਣੇ ਵਾਲਾ ਆਖੇ ਤੂੰ ਜੋ ਕਰਨਾ ਕਰਕੇ ਵੇਖ ਲਈ, ਮੈਂ ਚੱਲਿਆ ਹੱਥ ਲਾ ਕੇ ਉੱਠ, ਫਿਰ ਕੀ ਬਣਦਾ? ਸੜ ਜਾਂਦਾ ਅੰਦਰ। ਮਛਿੰਦਰਨਾਥ ਗੁੱਸੇ ਦਾ ਭਰਿਆ ਪੀਤਾ। ਸਤਿਗੁਰ ਤੇ ਕਹਿੰਦੇ ਮਿੱਠਾ ਬੋਲ, ਨੀਵਾਂ ਬੋਲ। ਕਿਉਂ ਕੌੜੇ ਬੋਲ ਬੋਲਦਾ ਹੈ ਹੰਕਾਰ 'ਚ ਆ ਕੇ, ਗੁੱਸੇ 'ਚ? ਅਸੀਂ ਤੇ ਤੈਨੂੰ ਕਿਹਾ ਕੁਝ ਨਹੀਂ। ਕਹਿੰਦੇ ਭਾਈ ਜਿੱਥੇ ਚਿੱਤ ਕਰੂਗਾ ਉੱਥੇ ਤੱਕ ਜਾਵਾਂਗੇ,
ਜਿੱਥੋਂ ਦਿਲ ਕਰੂਗਾ ਮੁੜ ਆਵਾਂਗੇ। ਤੇਰੀ ਕਰਾਮਾਤ ਤੇਰੀ ਸਿੱਧੀ ਸਾਨੂੰ ਰੋਕ ਨਹੀਂ ਸਕਦੇ। ਰਾਜ ਨ ਲਿਉ ਉਪਦੇਸ਼ ਤੋ ਕੋ ਦੇਉ ਅਬ, ਐਸੋ ਮੋਕੋ ਚੀਨ ਜੀ ਜਾਨੀਏ ਸੋ ਕੀਜੀਏ। ਸਾਹਿਬ ਕਹਿੰਦੇ ਨਾ ਸਾਨੂੰ ਤੇਰਾ ਰਾਜ ਭਾਗ ਚਾਹੀਦਾ ਸੀ ਤੇ ਤੈਨੂੰ ਉਪਦੇਸ਼ ਦੇਣ ਆਏ ਆ, ਲਏਗਾ? ਉਹ ਖਿੱਚ ਗਿਆ। ਗੁਰੂ ਨੇ ਭੇਜਿਆ ਸੀ ਚੇਲਾ ਬਣਾ ਕੇ ਲੈ ਕੇ ਆਈ, ਚੇਲਾ ਮੁੰਨ ਲਈ ਉਹਨਾਂ ਨੂੰ, ਕੰਨੀ ਮੁੰਦਰਾਂ ਪਵਾ ਦੀ। ਸਤਿਗੁਰ ਕਹਿੰਦੇ ਤੈਨੂੰ ਮੱਤ ਦੇਣ ਆਏ ਆ। ਹੰਕਾਰੀ ਬੰਦਾ ਕਦੇ ਨਹੀਂ ਸੁਣ ਸਕਦਾ ਕੋਈ ਮੈਨੂੰ ਮੱਤ ਸਿਖਾਵੇ, ਕੋਈ ਮੈਨੂੰ ਸਮਝਾਵੇ। ਮਛਿੰਦਰ ਨਾਥ ਕ੍ਰੋਧ ਦਾ ਭਰਿਆ ਕਹਿੰਦਾ ਬਾਲਕਾ ਤੂੰ ਕੌਣ ਹੁੰਦਾ ਮੈਨੂੰ ਸਮਝਾਉਣ ਵਾਲਾ? ਮਹਾਰਾਜ ਕਹਿੰਦੇ ਚੰਗੀ ਮੱਤ ਦੇਣ ਆਏ ਆ ਭਾਈਓ, ਕੋਈ ਵੀ ਦੇ ਸਕਦਾ ਮੱਤ। ਲੈ ਲਾ ਸਾਡੀ ਰਾਜ ਭਾਗ ਦੇ ਸੁਪਨੇ ਛੱਡ ਦੇ। ਐਸੀ ਸੁਣ ਬੈਨ ਜਿਸ ਕੀਨੀ ਬਿਨ ਚੈਨ ਭਾਏ, ਆਰਨ ਦੋ ਨੈਣ ਮੁਖ ਬਚਨ ਬਖਾਨੀਐ। ਸਤਿਗੁਰਾਂ ਦੇ ਬਚਨਾਂ ਨੂੰ ਸੁਣ ਕੇ ਉਹਨੂੰ ਲੱਗਿਆ ਵੀ ਇਹ ਤੇ ਮੇਰੀ ਇਨਸਲਟ ਕਰਦੇ ਆ। ਗੁੱਸੇ ਚ ਆਇਆ, ਸਾਹਿਬਾਂ ਦੇ ਨੇੜੇ ਆ ਗਿਆ, ਅੱਖਾਂ ਲਾਲ ਕਰੀ ਫਿਰੇ ਭੂਥਰੇ ਸਾਨ ਵਾਂਗੂ, ਹੰਕਾਰੇ ਮਾਰੇ, ਕਦੇ ਸੱਜੇ ਫਿਰੇ ਕਦੇ ਖੱਬੇ ਫਿਰੇ, ਬਸ ਚੱਲੇ ਕੋਈ ਨਾ। ਕਹਿੰਦਾ ਮੈਂ ਤੁਹਾਨੂੰ ਮੱਤ ਸਿਖਾ ਦਿਆਂਗਾ, ਤੁਸੀਂ ਮੈਨੂੰ ਐਵੇਂ ਨਾ ਸਮਝੋ ਮੈਂ ਸਿੱਧਾਂ ਦਾ ਮਹਾਨ ਸਿੱਧ ਹਾਂ। ਜੇ ਤੁਸੀਂ ਮੇਰੀ ਗੱਲ ਨਾ ਮੰਨੀ ਉਡਾ ਕੇ ਅਸਮਾਨ 'ਚ ਲੈ ਜਾ। ਆਪਣੇ ਵੱਲੋਂ ਜੋ ਹੋਇਆ ਉਹ ਦਾਬੇ ਜੇ ਮਾਰਦਾ ਹੈ। ਕਹਿੰਦਾ ਤੁਹਾਨੂੰ ਕੀ ਪਤਾ ਸਿੱਧ ਕੌਣ ਹੁੰਦੇ ਆ? ਯੋਗੀਆਂ ਬਾਰੇ ਤੁਸੀਂ ਕੀ ਜਾਣਦੇ ਹੋ? ਕੀਤੇ ਦਿਨ ਰਾਤ ਸਵਾਸ, ਕੀਤੀ ਨ ਸਮਦ ਪਾਸ, ਅੰਗਰੀ ਕੈ ਤਾਕ ਮੁਖ, ਕੈਸੇ ਸੰਦ ਜਾਣੀਏ। ਸਤਿਗੁਰ ਕਹਿੰਦੇ ਭਾਈ ਤੈਨੂੰ ਗਿਆਨ ਦੇਣ ਆਇਆ। ਕਹਿੰਦਾ ਏ ਵੱਡੇ ਗਿਆਨੀ ਗੁਰੂ ਸਾਹਿਬ ਨੂੰ ਕਹਿੰਦਾ ਤੁਹਾਨੂੰ ਪਤਾ ਹੈ ਯੋਗ ਮਤ ਬਾਰੇ ਕੁਝ ਜਾਣਦੇ ਹੋ? ਸਾਹਿਬ ਕਹਿੰਦੇ ਬੋਲ। ਕਹਿੰਦਾ ਇਹ ਦੱਸੋ ਆ ਮੂੰਹ ਦਾ ਵਾਕ ਹੈ ਕਿੰਨੀਆਂ ਉਂਗਲਾਂ ਦਾ ਹੈ? 24 ਘੰਟਿਆਂ 'ਚ ਬੰਦਾ ਕਿੰਨੇ ਸਾਹ ਲੈਂਦਾ ਹੈ? ਮਨੁੱਖ ਦੇ ਸਰੀਰ ਉੱਤੇ ਕਿੰਨੀ ਚਮੜੀ ਹੈ ਤੇ ਕਿੰਨੀਆਂ ਨਸਾਂ ਨੇ? ਇਹ ਯੋਗ ਮਤ ਦੇ ਦੁਆਰਾ ਸਾਇੰਟੀਫਿਕ ਤਰੀਕਾ ਨਹੀਂ ਹੈ, ਕਿਉਂਕਿ ਯੋਗੀਆਂ ਦੀ ਨਾ ਆਪਣੀ ਹਿਸਟਰੀ ਹੈ, ਆਪਣਾ ਇਤਿਹਾਸ ਹੈ, ਉਹਨਾਂ ਦੀ ਆਪਣੀ ਹੀ ਮਿਥੋਲੋਜੀ ਹੁੰਦੀ ਹੈ। ਯੋਗ ਮਤ ਦੇ ਵਿੱਚ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਕਹਿੰਦਾ ਤੁਸੀਂ ਕੀ ਜਾਣਦੇ ਹੋ ਯੋਗ ਮਤ ਬਾਰੇ? ਮੈਨੂੰ ਉਪਦੇਸ਼ ਦੇਣ ਆਏ ਹੋ, ਦੱਸੋ ਤੇ ਸਹੀ। ਦਿਨ ਰਾਤ ਵਿੱਚ ਕਿੰਨੇ ਸਾਹ ਲਏ ਜਾਂਦੇ ਆ? ਸਿਰ ਤੋਂ ਲੈ ਕੇ ਪੈਰਾਂ ਤੱਕ ਕਿੰਨੇ ਵਾਲ ਹੁੰਦੇ ਸਰੀਰ ਦੇ, ਦੱਸੋ। ਉਹ ਤੇ ਏਦਾਂ ਲੱਗਦਾ ਜਿੱਦਾਂ ਬੜਾ ਵੱਡਾ ਮੈਥਮੈਟਿਕ ਪੜ੍ਹ ਕੇ ਆਇਆ ਹੋਵੇ। ਗੁਰੂ ਨਾਨਕ ਸਾਹਿਬ ਨੂੰ ਉਹ ਸਵਾਲ ਕਰਦਾ ਹੈ ਮਛਿੰਦਰ ਨਾਥ ਵੀ ਮੇਰੀਆਂ ਗੱਲਾਂ ਦਾ ਜਵਾਬ ਦੋਗੇ ਤਾਂ ਅੱਗੇ ਜਾ ਸਕਦੇ ਹੋ। ਕੋਠੀ ਕੈ ਰੋਮ ਕਤੇ, ਪਲਵ ਕੈ ਤਿਲੀ ਕਾਹੋ, ਘਰ ਜਾ ਕੇ ਉਂਗਰੀ ਬਤਾਏ ਪਹਿਚਾਨੀਏ। ਇਹ ਦੱਸੋ ਵੀ ਕਾਲਜਾ ਕਿੰਨੀਆਂ ਉਂਗਲਾਂ ਦਾ ਹੈ? ਕਾਲਜਾ ਹਿਰਦਾ। ਮਨੁੱਖ ਦੇ ਸਰੀਰ ਉੱਤੇ ਕਿੰਨੀਆਂ ਉਂਗਲੀਆਂ ਮਾਸ ਹੁੰਦੀਆਂ ਨੇ? ਮਤਲਬ ਸਕਿਨ ਜੇ ਲਾਈਏ ਕਿਸੇ ਬੰਦੇ ਦੀ ਕਿੰਨੀਆਂ ਉਂਗਲਾਂ ਬਣਦੀਆਂ ਜੀ? ਕਿੰਨੇ ਇੰਚ ਬਣ ਜਾਂਦੀ ਹੈ? ਤਿੱਲੀ ਪੱਲਵ ਜਾਨੀ ਹੈ। ਉਹਨੇ ਕਈ ਸਵਾਲ ਗੁਰੂ ਨਾਨਕ ਪਾਤਸ਼ਾਹ ਨੂੰ ਕਰ ਦਿੱਤੇ। ਮਾਣ ਇੰਨਾ, ਇਹ ਹੰਕਾਰ ਇੰਨਾ ਵੀ ਇਹਨਾਂ ਨੂੰ ਤੇ ਯੋਗ ਦਾ ਉਡਾੜਾ ਵੀ ਨਹੀਂ ਆਉਂਦਾ। ਇਹ ਕੀ ਸੁਣਾਉਣਗੇ ਮੈਨੂੰ? ਮੈਂ ਯੋਗੀ ਹਾਂ, ਮੇਰੀ ਹਜ਼ਾਰਾਂ ਸਾਲਾਂ ਦੀ ਉਮਰ ਹੈ। ਕਹਿੰਦੇ ਇੱਕ ਸਾਹ ਦੇ ਵਿੱਚ ਮਛਿੰਦਰ ਨਾਥ ਨੇ ਕਈ ਸਵਾਲ ਗੁਰੂ ਬਾਬਾ ਜੀ ਦੇ ਸਾਹਮਣੇ ਕਰ ਦਿੱਤੇ। ਕਹਿੰਦਾ ਪਹਿਲਾਂ ਜਵਾਬ ਦਿਓ, ਮੰਨ ਜੂ ਤੁਹਾਨੂੰ। ਮੰਨਾ ਤਾਂ ਜੇ ਤੁਸੀਂ ਇਹਨਾਂ ਗੱਲਾਂ ਬਾਰੇ ਜਾਣਦੇ ਹੋਵੋ। ਤੁਹਾਨੂੰ ਕੀ ਪਤਾ ਕਲੇਜਾ ਕਿੰਨੀਆਂ ਉਂਗਲਾਂ ਦਾ? ਕਾਲਜਾ ਕਿੰਨੀਆਂ ਉਂਗਲਾਂ ਦਾ? ਮੇਦਾ ਕਹਿ ਲਓ, ਲੀਵਰ ਦਾ ਹਿੱਸਾ ਕਹਿ ਲਓ, ਯੋਗ ਮਤ ਵਿੱਚ ਉਹਨੂੰ ਕਾਲਜਾ ਕਹਿੰਦੇ ਆ। ਇਹ ਕੀ ਹੈ ਦੱਸੋ ਸਹੀ। ਭਾਈ ਵਾਲਾ ਜੀ ਕਹਿੰਦੇ ਅਸੀਂ ਇਹ ਸਭ ਕੁਝ ਵੇਖਦੇ ਰਹੇ, ਪਰ ਉਹ ਤੇ ਇੰਨੇ ਹੰਕਾਰ 'ਚ ਬੋਲਦਾ ਵੀ ਅਸੀਂ ਤੇ ਸਾਰਾ ਕੁਝ ਕਮਾਇਆ। ਕਹਿੰਦਾ ਇਹ ਦੱਸੋ ਯੋਗ ਮਤ 'ਚ 72 ਕੋਠੜੀਆਂ ਕਿਹੜੀਆਂ? ਕੋਠੜੀਆਂ ਆ ਸਾਡੇ ਵਾਲੀਆਂ ਕੋਠੜੀਆਂ ਨਹੀਂ। ਯੋਗ ਮਤ ਦੀਆਂ ਜਿਹੜੀਆਂ ਕੋਠੜੀਆਂ ਨੇ ਨਾ, ਆ ਜਿਹੜੇ ਸਾਡੇ ਜਾ ਤੁਰਿਆ ਫਿਰਦੇ ਅੱਜ ਕੱਲ, ਜਿਹਨੂੰ ਪੁੱਛੋ ਸਵੇਰੇ ਸਵੇਰੇ ਨਾਸਾਂ ਚੜਾਈ ਫਿਰਦਾ ਕਹਿੰਦਾ ਯੋਗਾ ਕਰਦਾ। ਇਹ ਤੇ
ਤੰਦਰੁਸਤ ਨਹੀਂ ਬਣਾ ਸਕਦਾ ਕਿਸੇ ਨੂੰ, ਤੰਦਰੁਸਤ ਨੂੰ ਤੰਦਰੁਸਤ ਰੱਖ ਸਕਦਾ ਹੈ। ਯੋਗ ਸਿਰਫ ਇੱਕ ਐਕਸਰਸਾਈਜ਼ ਹੈ। ਜੇ ਯੋਗ ਕਰਿਆ ਤਾਂ ਕਿਸੇ ਦੀ ਬਿਮਾਰੀ ਹਟਦੀ ਹੈ, ਤੇ ਫਿਰ ਜਿਹੜੇ ਯੋਗ ਕਰਾਉਂਦੇ ਆ ਜੀ ਉਹਨਾਂ ਨੇ ਦਵਾਈ ਬੂਟੀ ਦੀਆਂ ਸਟੋਰ ਤੇ ਦੁਕਾਨਾਂ ਕਿਉਂ ਖੋਲੀਆਂ ਹੋਈਆਂ? ਇੱਕ ਪਾਸੇ ਕਹੀ ਜਾਂਦੇ ਯੋਗ ਨਾਲ ਬਿਮਾਰੀਆਂ ਦੂਰ ਹੁੰਦੀਆਂ, ਦੂਜੇ ਪਾਸੇ ਕਹਿੰਦੇ ਸਾਡੀ ਆਹ ਦਵਾਈ ਲੈ ਲਓ, ਆਹ ਖਾ ਲਓ, ਆਹ ਖਾ ਲਓ। ਅਸੀਂ ਚੈਲੰਜ ਕਰਦੇ ਆ? ਨਹੀਂ, ਉਹ ਆਪ ਹੀ ਦੱਸਦੇ ਆ ਵੀ ਯੋਗ ਨਾਲ ਕੁਝ ਵੀ ਠੀਕ ਨਹੀਂ ਹੁੰਦਾ, ਸਿਰਫ ਇੱਕ ਦਿਲਾਸਾ, ਤੁਸੀਂ ਭੱਜ ਲਓ, ਜਿਮ ਲਾ ਲਓ, ਐਕਸਰਸਾਈਜ਼ ਕਰ ਲਓ, ਇੱਕੋ ਹੀ ਗੱਲ ਹੈ। ਭਾਵ ਆਪਣੇ ਸਰੀਰ ਨੂੰ ਸਾਹ ਚੜਾਉਣਾ ਹੈ ਤਾਂ ਤੁਸੀਂ ਤੰਦਰੁਸਤ। ਜੇ ਤੁਹਾਨੂੰ ਸਾਹ ਨਹੀਂ ਨਾ ਚੜਦਾ ਫਿਰ ਸੁੱਤੇ ਪਿਆ ਨੂੰ ਚੜੀ ਜਾਓ, ਗਲਤੀ ਉੱਥੇ ਹੀ ਹੈ। ਭੱਜ ਲਓ, ਦੌੜ ਲਓ, ਗੱਤਕਾ ਖੇਡ ਲਓ, ਮਾਰਸ਼ਲ ਆਰਟ, ਕੁਛ ਵੀ ਕਰੋ, ਐਸਾ ਹਾਰਡ ਵਰਕ ਕਰੋ ਜਿਹਦੇ ਨਾਲ ਸਵਾਸ ਚੜਨ ਤੇ ਸਵਾਸਾਂ ਦੀ ਗਤੀ ਤੇਜ਼ ਹੋਵੇ, ਤਾਂ ਜੋ ਬੰਦਾ ਸਿਰ ਤੋਂ ਪੈਰਾਂ ਤੱਕ ਰਿਲੈਕਸ ਹੋ ਜਾਵੇ। ਗੁਰੂ ਸਾਹਿਬ ਨੂੰ ਯੋਗ ਬਾਰੇ ਪੁੱਛਦਾ, ਇਹ ਉਲਝਾਵੀਆਂ ਗੱਲਾਂ ਨੇ, ਮੈਂ ਕੋਸ਼ਿਸ਼ ਕਰੂੰਗਾ ਚਲੋ ਗੁਰੂ ਸਾਹਿਬ ਕਰਾਉਣ ਵੀ ਹੈ ਕਿ ਕਥਾ ਬਹੁਤ ਔਖੀ ਹੈ, ਪਰ ਤੁਹਾਨੂੰ ਔਖੀ ਨਾ ਲੱਗੇ, ਫਾਇਦਾ ਹੀ ਉਹ ਹੈ। ਮੈਂ ਤੁਹਾਨੂੰ ਇੱਥੇ ਕਿ 72 ਕੋਠੜੀਆਂ ਨੇ ਪੜ੍ਹ ਕੇ ਆਇਓ ਕਰੋ, ਕਿ ਤੁਹਾਡਾ ਆਉਣ ਦਾ ਕੀ ਫਾਇਦਾ? ਸਮਝ ਹੀ ਨਾ ਆਵੇ ਕੁਛ। ਇੰਨਾ ਕੁ ਸੌਖਾ ਆਪਾਂ ਕਰ ਲਈਏ, ਇੰਨਾ ਕੁ ਸੌਖਾ ਕਰ ਲਈਏ, ਤੁਸੀਂ ਆਪਣੇ ਟਿਪਸ ਤੇ ਲਿਖ ਸਕੋ, ਯਾਦ ਕਰ ਸਕੋ ਵੀ ਅੱਜ ਕਥਾ ਸੁਣੀ, ਆਨੰਦ ਬੜਾ ਆਇਆ। ਆਨੰਦ ਤਾਂ ਆਉਂਦਾ ਜੇ ਸਮਝ ਆਵੇ ਕੁਛ, ਐਵੇਂ ਸਮਝ ਕੁਝ ਨਾ ਆਵੇ, ਸੁਣ ਕੇ ਆ ਗਏ, ਬਾਹਰ ਜਾ ਕੇ ਕੋਈ ਪੁੱਛੇ ਵੀ ਅੱਜ ਕਾਹਦੀ ਕਥਾ ਹੈ, ਕਹਿੰਦੇ ਯਾਰ ਬਸ ਘਾੜਾ ਮਾੜਾ ਹੀ ਸੀ ਆਖੋ ਸਤਿਨਾਮ। ਜਦ ਤੱਕ ਸੁਣਦੇ ਰਹੇ ਉਦੋਂ ਤੱਕ ਯਾਦ ਸੀ, ਬਾਹਰ ਆ ਕੇ ਸਾਰਾ ਕੁਝ ਹੀ ਭੁੱਲ ਗਏ। ਹੁੰਦਾ ਸਾਡੇ ਗੁਰੂ ਨਾਨਕ ਸਾਹਿਬ ਜੀ ਨੂੰ ਕਈ ਸਵਾਲ ਉਹਨੇ ਕਰ ਦਿੱਤੇ ਮਛਿੰਦਰਨਾਥ ਨੇ। ਪਹਿਲਾਂ ਸੀ ਗੋਰਖਨਾਥ, ਹੁਣ ਆ ਗਿਆ ਮਛਿੰਦਰਨਾਥ। ਹੰਕਾਰਿਆ ਸੱਚੀ, ਜੇ ਗੁਰੂ ਸਾਹਿਬ ਦੀ ਥਾਂ ਕੋਈ ਹੋਰ ਹੁੰਦਾ ਕਦੇ ਵੀ ਜਵਾਬ ਨਾ ਦੇ ਪਾਉਂਦਾ। ਆਪਣੇ ਹੰਕਾਰ ਚ ਕ੍ਰੋਧ ਵਿੱਚ ਆ ਕੇ ਉਹਨੇ ਇਹ ਸਵਾਲ ਦਾਗੇ ਨੇ। ਦੇਹੀ ਕੋ ਬਿਰਤਾਂਤ ਕਹੋ, ਜੇ ਤੂੰ ਆਗੇ ਜਾਏ ਚਾਹੋ, ਭੂਲ ਜਹ ਕਹ ਨਹਿ ਕਰੋ ਤੋਰ ਹਾਨੀਏ। ਕਹਿੰਦਾ ਜੇ ਤੁਸੀਂ ਅੱਗੇ ਜਾਣਾ ਚਾਹੁੰਦੇ ਹੋ, ਮੇਰੇ ਸਵਾਲਾਂ ਦਾ ਜਵਾਬ ਦੇ ਦਿਓ, ਜੇ ਨਹੀਂ ਦੇ ਸਕਦੇ ਤੇ ਤੁਹਾਡੀ ਹਾਨੀ, ਤੁਹਾਡਾ ਨੁਕਸਾਨ ਪੱਕਾ ਹੈ। ਜਾਂ ਫਿਰ ਤੁਹਾਨੂੰ ਸਿੱਧ ਬਣਨਾ ਪਊ ਤੇ ਜਾਂ ਫਿਰ ਜਾਨ ਗਵਾਉਣੀ ਪਊਗੀ। ਹੁਣ ਸਵਾਲ ਬੜੇ ਔਖੇ ਕਰ, ਉਹ ਹੱਸੇ ਅੱਗੋਂ ਸਵਾਲ ਕਰਕੇ, ਕਿਉਂਕਿ ਹੰਕਾਰੀ ਬੰਦੇ ਨੂੰ ਲੱਗਦਾ ਹੁੰਦਾ ਵੀ ਮੇਰੀਆਂ ਗੱਲਾਂ ਦਾ ਕਿਸੇ ਨੂੰ ਕੀ ਪਤਾ ਹੈ, ਇਹ ਕਿਹੜਾ ਸਿੱਧ ਨੇ, ਇਹਨਾਂ ਦੀਆਂ ਕੀ ਉਮਰਾਂ ਨੇ, ਕੱਲ ਦੇ ਨਿਆਣੇ ਆ। ਫਿਰ ਉਹ ਆਪਣੀ ਉਮਰ ਦਾ ਮਾਣ ਕਰਦਾ, 42 43 100 ਸਾਲਾਂ ਦੀ ਉਮਰ ਹੋ ਗਈ ਹੈ। ਇੰਨੀ ਉਮਰ ਵਿੱਚ ਯੋਗ ਕਰਕੇ ਸਿੱਧੀਆਂ ਕਮਾ ਕੇ ਅਸੀਂ ਗਿਆਨ ਕਮਾਇਆ ਏ। ਬਿਨਸਤ ਚਤਰ ਹੈ ਹਜ਼ਾਰ ਦਿਨ ਰਾਤ ਸਵਾਸ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਹੋ, ਸੁਣ ਮਛਿੰਦਰਾ, ਧਿਆਨ ਦੇ ਕੇ ਸੁਣ ਲੈ। ਮਹਾਰਾਜ ਕਹਿੰਦੇ ਆ ਦੇ ਜਿਹਦਾ ਮਾਣ ਕਰਦਾ ਫਿਰਦਾ, ਜਿਹਦਾ ਗਿਆਨ ਕਰਦਾ, ਪਹਿਲੀ ਗੱਲ ਸੁਣ, ਇਹ ਬਿਨਸਨਹਾਰ ਝੂਠੀ ਤੇ ਨਾਸ਼ਵੰਤਾ ਕੋ ਸਤਨਾਮ। ਇਹਦਾ ਗਿਆਨ ਤੇਰੇ ਕੰਮ ਨਹੀਂ ਆਉਣਾ। ਆ ਦੁਨੀਆ ਦੇ ਜਿੰਨੀ ਮਰਜ਼ੀ ਨੌਲੇਜ ਇਕੱਠੀ ਕਰੀ ਜਾਓ, ਜਿੱਦਣ ਬੰਦਾ ਮਰ ਜਾਂਦਾ ਜੀ ਕੰਮ ਆਉਂਦੀ ਹੈ? ਕਰਮੀ ਕੰਮ ਆਉਂਦੇ ਆ। ਨਾ ਕੋਈ ਪੜ੍ਹਾਈ ਕੰਮ ਆਵੇ, ਨਾ ਕੋਈ ਸਿਆਣਪ ਕੰਮ ਆਵੇ, ਨਾ ਮਾਇਆ ਕੰਮ ਆਵੇ, ਨਾ ਚਲਾਕੀ ਕੰਮ ਆਵੇ। ਕਿਹਨੇ ਆਉਣਾ ਕੰਮ? ਚੰਗੇ ਕੰਮ ਆਵੇ। ਸਤਿਗੁਰ ਕਹਿੰਦੇ ਬਿਨਸਤ ਹੈ 4, ਬਿਨਸਤ ਨਾਮ 20 ਦਾ ਏ, 20,000 ਪਲੱਸ 4,000 24,000 24,000 ਸਵਾਸ 24 ਘੰਟਿਆਂ 'ਚ ਇੱਕ ਤੰਦਰੁਸਤ ਮਨੁੱਖ ਲੈਂਦਾ ਹੈ। ਯਾਦ ਰੱਖਿਓ, ਇੱਥੇ ਤੰਦਰੁਸਤ ਸ਼ਬਦ ਵਰਤੇ ਹੈ। ਜਿਹੜਾ ਪੇਸ਼ੈਂਟ ਹੈ ਨਾ, ਮਰੀਜ਼ ਹੈ, ਕਿਸੇ ਨੂੰ ਦਮਾ ਹੋਇਆ ਹੈ, ਕਿਸੇ ਨੂੰ ਸ਼ੂਗਰ ਹੈ, ਕਿਸੇ ਦਾ BP ਹਾਈ ਲੋ ਹੁੰਦਾ ਹੈ, ਇਹ ਬਿਮਾਰੀਆਂ ਨੇ। ਉਹਨਾਂ ਦੇ 24,000 ਸਵਾਸ ਨਹੀਂ ਚੱਲਦੇ, 24 ਤੋਂ ਵੱਧ ਘੜੀ ਸਜਾਉਂਦੇ ਆ, ਪਤਾ ਹੀ ਨਹੀਂ ਲੱਗਦਾ। ਹੁਣ ਜਿਹੜਾ ਬਿਮਾਰ ਬੰਦਾ, ਉਹਦੀ ਪਰੇਸ਼ਾਨੀ ਕੀ ਆ, ਉਹ ਕਦੇ ਨੋਟ ਕਰਕੇ ਵੇਖੋ, ਉਹਦੇ ਸਾਹ ਤੇਜ਼ ਚੱਲਦੇ ਹੋਣਗੇ। ਸਵਾਸ ਤੇਜ਼ ਚੱਲਣਾ ਹੀ ਸਰੀਰ ਦੇ ਰੋਗੀ ਹੋਣ ਦੀ ਨਿਸ਼ਾਨੀ ਹੈ। ਤੇ ਜਿਹਦੇ ਸਵਾਸ ਰਿਲੈਕਸ ਹੋਣਗੇ ਨਾ ਜੀ, ਉਹ ਕਹਿੰਦਾ ਮੈਨੂੰ ਨਾ ਛੇੜੋ, ਮੈਂ ਬੜਾ ਖੁਸ਼ ਹਾਂ, ਮੈਂ ਤੰਦਰੁਸਤ ਹਾਂ। ਕਿਸੇ ਰੋਗੀ ਦੇ ਕੋਲ ਜਾ ਕੇ ਵੇਖੋ, ਉਹਦੇ ਸਾਹ ਤੇਜ਼ ਹੋਣਗੇ। ਜੇ ਸਵਾਸ ਤੇਜ਼ ਹੋਣਗੇ, BP ਹਾਈ ਲੋ ਹੋਏਗਾ, ਸ਼ੂਗਰ ਹਾਈਪਰਟੈਂਸ਼ਨ ਹੋਏਗੀ, ਥਾਇਰਾਇਡ ਹੋਏਗਾ। ਇਹ ਸਾਰੀਆਂ ਚੀਜ਼ਾਂ ਸਵਾਸਾਂ ਦੀ ਗਤੀ ਨਾਲ ਨੇ। ਤੇ ਯੋਗ ਮਤ ਵਿੱਚ ਸਵਾਸਾਂ ਨੂੰ ਧੀਮਾ ਕਰ ਲਿਆ ਜਾਂਦਾ ਹੈ, ਸਲੋ ਕਰ ਲਿਆ ਜਾਂਦਾ ਹੈ, ਤਾਂ ਜੋ ਬਲੱਡ ਸਰਕੂਲੇਸ਼ਨ ਬਿਲਕੁਲ ਕੰਟਰੋਲ ਰਹੇ।
ਗੁਰੂ ਨਾਨਕ ਸਾਹਿਬ ਕਹਿੰਦੇ ਇੱਕ ਤੰਦਰੁਸਤ ਮਨੁੱਖ ਨੇ 24,000 ਸਵਾਸ ਲੈਣੇ ਹੁੰਦੇ ਆ 8 ਪਹਿਰਾਂ 'ਚ 24 ਘੰਟਿਆਂ 'ਚ। ਉਹ ਹੱਸੇ ਮਛੰਦਰ ਨਾਥ ਵੀ ਇਹ ਕਿਹੜਾ ਵੱਡਾ ਗਿਆਨ ਹੈ, ਇਹ ਸਾਰਿਆਂ ਨੂੰ ਪਤਾ ਹੁੰਦਾ ਵੀ 24,000 ਸਵਾਸ। ਪਰ ਮਹਾਰਾਜ ਨੇ ਇਹ ਵੀ ਕਹਿਤਾ ਵੀ ਇਹ ਤੰਦਰੁਸਤ ਪੁਰਸ਼ ਲੈਂਦਾ ਹੈ। ਬਿਮਾਰ ਤੇ ਰੋਗੀ 24 ਦੇ ਥਾਂ ਤੇ ਕੋਈ 28,000 ਸਵਾਸ ਲੈਂਦਾ ਜੀ, ਕੋਈ 26,000 ਲੈਂਦਾ ਹੈ। ਇਹੀ ਕਾਰਨ ਹੁੰਦਾ ਪੇਸ਼ੈਂਟ ਦੀ ਮੌਤ ਛੇਤੀ ਹੋ ਜਾਂਦੀ ਹੈ। ਰੋਗ ਨਾਲ ਲੜਦਾ ਲੜਦਾ ਬੰਦਾ ਕਹਿੰਦੇ ਨਹੀਂ ਜੀ ਫਲਾਣਾ ਰੋਗ ਦੀ ਚਪੇਟ 'ਚ ਆ ਗਿਆ, ਚੰਗਾ ਭਲਾ ਤੰਦਰੁਸਤੀ ਛੇਤੀ ਉਤਰ ਗਿਆ, ਘੱਟ ਉਮਰ 'ਚ ਤੁਰ ਗਿਆ। ਕਿਉਂਕਿ ਜਦੋਂ ਦਾ ਰੋਗੀ ਹੋਇਆ ਸਵਾਸਾਂ ਦੀ ਗਤੀ ਤੇਜ਼ ਹੋ ਗਈ ਹੈ। ਜਿਹੜੇ ਸਵਾਸ ਉਹਨੇ ਕਈ ਸਾਲਾਂ 'ਚ ਲੈਣੇ ਸੀ ਉਹ ਛੇਤੀ ਲਪੇਟ ਗਿਆ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਭਾਈ 24,000 ਸਵਾਸ ਹਰ ਮਨੁੱਖ ਲੈਂਦਾ ਏ। 9 ਸੈ ਨਸ ਕੋਠਰੀ 72 ਪਰਮਾਨੀਏ। ਮਨੁੱਖ ਦੇ ਸਰੀਰ ਦੇ ਵਿੱਚ 72 ਕੋਠੜੀਆਂ ਨੇ। ਯੋਗ ਮਤ ਵਿੱਚ ਛੋਟੇ ਛੋਟੇ ਹਿੱਸੇ ਨੇ ਜਿਨ੍ਹਾਂ ਨੂੰ ਆਪਾਂ ਮਲਾਈਏ ਨਾ, ਛੋਟੇ ਛੋਟੇ ਬਹੁਤ ਛੋਟੇ ਛੋਟੇ, ਜਿਨ੍ਹਾਂ ਨੂੰ ਸਮਝਣ ਵਾਸਤੇ ਪਹਿਲਾਂ ਧੁਨੀ ਤੋਂ ਸ਼ੁਰੂ ਹੋਣਾ ਪੈਂਦਾ, ਫਿਰ ਮੋਲੇ ਧਾਰ ਚੱਕਰ ਵਾਲੇ ਪਾਸੇ ਆ ਜਾਓ, ਉਹ ਤੋਂ ਬਾਅਦ ਲੀਵਰ, ਕਿਡਨੀ, ਆ ਜਿੰਨਾ ਆੜ ਜਗਾੜ ਜਾ ਸਰੀਰ 'ਚ ਬਹੁਤ ਕੁਛ ਹੈ। ਇਹਨਾਂ ਨੂੰ ਕੁੱਲ ਮਿਲਾ ਕੇ 72 ਕੋਠੀਆਂ ਮੰਨੀਆਂ ਜਾਂਦੀਆਂ ਨੇ। ਕਹਿੰਦੇ ਜਿਹਦੀਆਂ 72 ਕੋਠੀਆਂ ਤੰਦਰੁਸਤ ਉਹ ਦੁਸਤ ਚੁਸਤ। ਇੱਥੇ ਤੇ ਇੱਕ ਕੋਠੀ ਵੀ ਕਿਰਾਏ ਤੇ ਹੁੰਦੀ ਆ, ਸਤਨਾਮ 72 ਕੀਤੀਆਂ। ਹੁਣ 72 ਕੋਠੀਆਂ ਚੁਸਤ ਫੁਰਤ ਹੋਣ ਵਾਲੇ ਮਨੁੱਖ ਦੀ ਨਿਸ਼ਾਨੀ ਹੈ। ਤੇ ਯੋਗੀਆਂ ਨੇ 72 ਦੀਆਂ 72 ਸਾਧੀਆਂ ਹੁੰਦੀਆਂ। ਮਰਦ ਕਹਿੰਦੇ ਸਰੀਰ ਵਿੱਚ 900 ਨਸ ਹੈ। 900 ਜੇ ਹੁਣ ਨਸਾਂ ਵੇਖੀਏ ਨਾ ਜੀ, ਇੱਕ ਮਨੁੱਖ ਦੇ ਸਰੀਰ ਵਿੱਚ ਜੇ ਨਾੜਾਂ ਦੀ ਗਿਣਤੀ ਕਰੀਏ, ਪੂਰੀ ਧਰਤੀ ਦਾ ਇੱਕ ਚੱਕਰ ਮਨੁੱਖ ਦੇ ਸਰੀਰ ਦੀਆਂ ਅੰਤੜੀਆਂ ਦਾ ਲੱਗ ਸਕਦਾ। ਧਾਗਾ ਬਣਾ ਲਓ ਉਹਦਾ, ਵੱਡੀਆਂ ਛੋਟੀਆਂ ਨਸਾਂ ਨੂੰ ਜੋੜ ਕੇ ਇੱਕ ਪੂਰੀ ਧਰਤੀ ਦਾ ਗੇੜਾ ਲੱਗ ਜਾਂਦਾ ਹੈ। ਪਰ ਯੋਗ ਮਤ ਵਿੱਚ 900 ਨਸਾਂ ਮੁੱਖ ਨੇ, ਉਦਾਂ ਤੇ ਹਜ਼ਾਰਾਂ ਨੇ ਜਿਹੜੀਆਂ ਐਡੀਸ਼ਨਲ ਨਸਾਂ ਨੇ ਨਾ, ਹਜ਼ਾਰਾਂ। ਇੱਕ ਲੀਵਰ ਤੋਂ ਵੇਖ ਲਓ ਕਿੰਨੀਆਂ ਨਸਾਂ ਜਾ ਰਹੀਆਂ, ਹਾਰਟ ਤੋਂ ਵੇਖ ਲਓ ਕਿੰਨੀਆਂ ਜਾ ਰਹੀਆਂ, ਪਰ ਉਹਨਾਂ ਦੇ ਵਿੱਚੋਂ ਮੁੱਖ 4 ਤੋਂ 5 ਹੁੰਦੀਆਂ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮੁੱਖ ਨਸਾਂ ਨਾੜਾਂ ਭਾਈ 900 ਹਨ। ਕਿਉਂਕਿ ਉਹਨੇ ਕਿਹਾ ਵੀ ਯੋਗ ਮਤ ਦੁਆਰਾ ਦੱਸੋ, ਸਾਇੰਟੀਫਿਕ ਥੋੜਾ ਪੁੱਛਿਆ ਉਹਨੇ। ਹੁਣ ਯੋਗ ਜੋ ਮੰਨਦਾ ਉਹੀ ਮੰਨਿਆ ਜਾਂਦਾ ਹੈ। ਅੱਜ ਆਯੁਰਵੇਦ ਤੇ ਮੈਡੀਕਲ ਸਾਇੰਸ ਬਰਾਬਰ ਕਿਉਂ ਨਹੀਂ ਹੁੰਦੀ? ਇਹੀ ਕਾਰਨ ਹੈ। ਮੈਡੀਕਲ ਸਾਇੰਸ ਤੁਹਾਨੂੰ ਵਿਖਾ ਰਹੀ ਹੈ MRI ਕਰਕੇ ਤੁਹਾਡੀਆਂ ਨਸਾਂ ਕਿੰਨੀਆਂ, ਹੱਡੀਆਂ ਕਿੰਨੀਆਂ, ਕੀ ਕੁਛ ਹੈ। ਤੇ ਜਿਹੜੇ ਆਯੁਰਵੇਦ ਵਾਲੇ ਆ, ਦਵਾਈ ਮਾੜੀ ਨਹੀਂ ਹੈ, ਉਹ 'ਚ ਕੋਈ ਪੋਟੈਂਸ਼ੀ ਨਹੀਂ ਹੈ। ਹੁਣ ਆਪਾਂ ਕੋਈ ਦਵਾਈ ਲੈਂਦੇ ਆ ਅੰਗਰੇਜ਼ੀ ਐਲੋਪੈਥੀ, ਉੱਤੇ ਲਿਖਿਆ 500 mg, 1000 mg। ਮੰਨ ਲਓ ਤੁਸੀਂ ਪੈਰਾਸੀਟਾਮੋਲ 500 mg ਲੈ ਲਈ, ਪੋਟੈਂਸ਼ੀ ਆ ਉਹਦੀ। ਇੱਕ ਮਨੁੱਖ ਨੂੰ ਕਿੰਨੀ ਜ਼ਰੂਰਤ ਹੈ? ਸਿਰਫ 10 mg ਦੀ ਜ਼ਰੂਰਤ ਹੁੰਦੀ ਹੈ ਬੁਖਾਰ ਲਾਉਣ ਵਾਸਤੇ। ਤੁਸੀਂ ਕਹੋਗੇ ਫਿਰ ਤੇ ਐਡੀ ਵੱਡੀ ਸਾਨੂੰ ਦੇਤੀ ਭਾਈ, ਦੇਣੀ ਪੈਂਦੀ ਹੈ। ਹੁਣ 490 ਆ ਨਾ ਜਿਹੜਾ mg, ਉਹਨੇ ਤੁਹਾਡੇ ਲੀਵਰ ਤੇ ਜਾ ਕੇ ਜਦੋਂ ਜਾਣਾ, ਲੀਵਰ ਨੂੰ ਪਤਾ ਲੱਗ ਗਿਆ ਉੱਤੋਂ ਕੋਈ ਦਵਾਈ ਆਈ, ਕੋਈ ਘਾਤਕ ਚੀਜ਼ ਆਈ ਹੈ, ਉਹਨੇ ਆਪਣੇ ਐਂਜ਼ਾਈਮ ਪਾਈ, ਉਹਨੂੰ ਚਲਾ ਕੇ ਬਾਹਰ ਮਾਰਿਆ। 500 mg ਦੇ ਵਿੱਚੋਂ ਥੋੜੀ ਜਿਹੀ mg ਸੀ ਜਿਹੜੀ ਉਹਨੂੰ ਜਦੋਂ ਲੱਗਿਆ ਵੀ ਮੈਂ ਇਹਨੂੰ ਕੰਟਰੋਲ ਨਹੀਂ ਕਰ ਸਕਦਾ, ਇਸੇ ਕਰਕੇ ਦਵਾਈਆਂ ਲੈਣ ਤੋਂ ਬਾਅਦ ਐਸਿਡਿਟੀ ਹੁੰਦੀ ਹੈ, H2O ਵੱਧ ਜਾਂਦਾ ਹੈ, HCl ਵੱਧ ਜਾਂਦਾ ਹੈ। ਕਾਰਨ ਕੀ ਹੈ? ਕਿਉਂਕਿ ਜਦੋਂ ਤੁਸੀਂ ਉਹ ਦਵਾਈ ਲੈ ਲਈ, ਉਹਦੀ ਪੋਟੈਂਸ਼ੀ ਜ਼ਿਆਦਾ ਦਿੱਤੀ ਗਈ, ਹਾਈ ਡਰਗ ਜ਼ਿਆਦਾ ਦੇ ਵਿੱਚ ਉਹਨਾਂ ਨਾ ਕਰਦਿਆਂ ਬਾਹਰ ਕੱਢਦਿਆਂ ਕੁਛ mg ਤੁਹਾਡੀਆਂ ਨਸਾਂ 'ਚ ਗਈ, ਸਰੀਰ ਵਿੱਚ ਗਈ, ਜਿਸ ਕਰਕੇ ਤੁਹਾਡਾ ਬੁਖਾਰ ਲੱਥ ਗਿਆ, ਤੁਹਾਡੀ ਪੇਟ ਘਟ ਗਈ, ਬਾਕੀ ਦਾ ਬਾਕੀ ਸਾਲਟ ਸਾਰਾ ਬਾਡੀ ਤੋਂ ਬਾਹਰ ਕੱਢ ਦਿੰਦਾ ਲੀਵਰ। ਪਰ ਆਯੁਰਵੇਦ ਵਿੱਚ ਕੋਈ ਪੋਟੈਂਸ਼ੀ ਨਹੀਂ ਹੈ, ਇਸੇ ਕਰਕੇ ਰੌਲਾ ਪੈਂਦਾ। ਹੋਮਿਓਪੈਥਿਕ ਚਲੇ ਜਾਓ, ਉਹ 'ਚ ਪੋਟੈਂਸ਼ੀ ਉਹਨਾਂ ਨੇ ਲਿਖੀ ਹੋਈ ਹੈ ਵੀ ਇੰਨੀਆਂ ਡ੍ਰੌਪ ਸਵੇਰੇ, ਇੰਨੀਆਂ ਗੋਲੀਆਂ ਸਵੇਰੇ, ਇੰਨੀਆਂ ਦੁਪਹਿਰੇ, ਇੰਨੀਆਂ ਸ਼ਾਮ। ਹੁਣ ਇੱਥੇ ਝੋਲਾ ਛਾਪ ਵੈਦ ਕਿਉਂ ਬੈਠੇ ਆ? ਜਿਹੜਾ ਜੀ ਕਰਦਾ ਹੈ ਅੰਗਰੇਜ਼ੀ ਗੋਲੀਆਂ ਕੁੱਟ ਕੇ ਬੁਖਾਰ ਦੀਆਂ, ਪੇਨ ਕਿਲਰ, ਉਹ ਕਹਿੰਦਾ ਮੇਰੀ ਦਵਾਈ ਲਓ। ਬਾਬਾ ਜੀ ਕਿੰਨੇ ਟਾਈਮ? ਕਹਿੰਦਾ 2 ਟਾਈਮ ਲੈ ਲਿਆ ਕਰੋ, ਭਾਵੇਂ 2 ਗੋਲੀਆਂ ਲੈ ਲਓ, ਭਾਵੇਂ 1 ਲੈ ਲਓ। ਕੀ ਅਨੀਮ ਹਕੀਮ ਖਤਰਾ ਇਹਦਾ। ਹੁਣ ਆਯੁਰਵੇਦ ਦੇ ਤਰੀਕੇ ਨਾਲ ਯੋਗ ਚੱਲਦਾ ਹੈ, ਯੋਗ ਮਤ ਦੇ ਕਰੀਬ ਹੈ। ਗੁਰੂ ਨਾਨਕ ਸਾਹਿਬ ਕਹਿੰਦੇ 900 ਨਸ ਹੈ ਭਾਈ ਯੋਗ ਦੇ ਅਨੁਸਾਰ, ਤੇ 72 ਕੋਠੜੀਆਂ ਨੇ ਸਰੀਰ ਦੀਆਂ। ਮਛਿੰਦਰ ਨਾਥ ਦੀਆਂ ਅੱਖਾਂ ਬਾਹਰ ਨੂੰ ਆਉਣ ਵੀ ਇਹਨਾਂ ਨੂੰ ਕਿਵੇਂ ਪਤਾ? ਸਤਿਨਾਮ, ਇਹ ਕਿਹੜਾ ਯੋਗੀ ਨੇ?
ਇਹਨਾਂ ਦੀ ਕਿਹੜਾ ਲੰਬੀ ਉਮਰ ਹੈ, ਇਹ ਇਹਨਾਂ ਗਿਆਨ ਕਿਵੇਂ ਰੱਖਦੇ ਨੇ। ਅੰਗੁਰੀ ਚਤਰ ਮੁਖ ਤਾਕ ਨੀਲ ਕੋਟ ਰੋਮ। ਕਹਿੰਦੇ ਕਰੋੜਾਂ ਨੀਲ, ਨੀਲ ਕਿਹੜੀ ਗਿਣਤੀ ਹੈ ਜੀ, ਅਸੰਖ ਤੋਂ ਬਾਅਦ ਨੀਲ ਆਉਂਦਾ, ਗਿਣਤੀ ਦਾ ਐਂਡ ਕਹਿ ਲਓ, ਵੈਸੇ ਤੇ ਐਂਡ ਹੁੰਦਾ ਨਹੀਂ ਕੋਈ, ਕਰੋੜਾਂ ਅਰਬਾਂ ਖਰਬਾਂ ਤੋਂ ਵੱਧ ਹੈ। ਕਹਿੰਦੇ ਇੱਕ ਨੀਲ ਬੰਦੇ ਦੇ ਸਰੀਰ ਤੇ ਜਿਸਮ ਦੇ ਵੱਡੇ ਛੋਟੇ ਰੋਮ ਹਨ, ਕੁਛ ਐਸੇ ਰੋਮ ਨੇ ਜੋ ਦਿਸਦੇ ਨਹੀਂ, ਬਹੁਤ ਬਰੀਕ ਨੇ। ਇੱਕ ਨੀਲ ਮੁੱਖ ਦਾ ਵਾਗ ਕਿੰਨਾ ਹੈ, ਹਰ ਬੰਦੇ ਦਾ, ਤੰਦਰੁਸਤ ਮਨੁੱਖ ਦਾ ਮੁੱਖ ਦਾ ਜਿਹੜਾ ਸਾਈਜ਼ ਹੈ ਮੂੰਹ ਦਾ, ਸਿਰਫ 4 ਉਂਗਲੀ ਹੈ। ਕਿਤੇ ਮੂੰਹ 'ਚ ਪਾ ਕੇ ਨਾ ਵੇਖੀ ਜਾਏ ਵੀ ਸਾਡਾ ਮੂੰਹ ਕਿੰਨਾ ਖੋਲ੍ਹਾ ਹੈ, ਵੀ ਭਾਈ ਸਾਹਿਬ ਨੇ ਤੇ 4 ਕਿਹਾ, ਮੇਰੇ ਮੂੰਹ ਤੇ 5 ਉਂਗਲਾਂ ਪੈ ਜਾਂਦੀ। ਯੋਗ ਮਤ ਦੇ ਅਨੁਸਾਰ ਤੰਦਰੁਸਤ ਬੰਦੇ ਦੇ ਮੂੰਹ ਦਾ ਵਾਕ ਸਿਰਫ 4 ਉਂਗਲਾਂ ਦਾ। ਮਰਦ ਕਹਿੰਦੇ ਨੀਲ ਰੋਮ ਹਨ। ਨੀਲ ਕਿਉਂ ਨੇ ਸਾਨੂੰ ਨਹੀਂ ਪਤਾ, ਸਾਡੇ ਸਿਰ ਦੇ ਵਾਲ ਰੋਜ਼ ਕਿੰਨੇ ਝੜਦੇ। ਤੇ ਫਿਰ ਜਿਹੜੇ ਕਾਰਪੋਰੇਟ ਜਗਤ ਸੀ ਨਾ, ਉਹਨਾਂ ਨੇ ਸਾਡੀ ਇਸ ਚੀਜ਼ ਦਾ ਧੰਦਾ ਬਣਾ ਲਿਆ, ਡੈਂਡਰਫ ਹੋ ਗਈ, ਆ ਫਲਾਣਾ ਹੋ ਗਿਆ, ਅੱਜ ਸਿਰ ਦੇ ਵਾਲ ਝੜਦੇ। ਤੁਸੀਂ ਇਹ ਦੱਸੋ ਵੀ ਝੜਦੇ ਕਿਹਦੇ ਨਹੀਂ? ਕਦੇ ਚੈੱਕ ਕਰਕੇ ਵੇਖੋ ਮਾਈਕਰੋਸਕੋਪ ਨਾਲ, ਜਿੱਥੋਂ ਤੁਹਾਡਾ ਇੱਕ ਵਾਲ ਉਖੜਿਆ ਉਹਦੇ ਥੱਲੇ 4 ਨਵੇਂ ਵਾਲ ਪੈਦਾ ਹੁੰਦੇ ਆ। ਇੱਕ ਧੰਦਾ ਬਣ ਗਿਆ, ਜਿਹਨੂੰ ਮਰਜ਼ੀ ਪੁੱਛ ਲਓ। ਮੈਂ ਕਹਿੰਦਾ ਤੁਹਾਡੇ ਜਿੰਨੇ ਬੈਠੇ ਨੇ, ਲੈ ਮੈਂ ਕੋਈ ਸ਼ੈਂਪੂ ਲੈ ਆਉਣਾ, ਭਾਈ ਜੇ ਕਿਸੇ ਦੇ ਵਾਲ ਝੜਦੇ ਆਪਾਂ ਇੰਨੇ ਦਾ ਸਸਤਾ ਦੇ ਦਿਆਂਗੇ, ਤੁਹਾਡੇ ਚੋਂ ਸਾਰੇ ਇਕੱਠੇ ਹੋਏ, ਬਾਬਾ ਜੀ ਮੈਨੂੰ ਵੀ ਦੇ ਦਿਓ, ਭਾਈ ਸਾਹਿਬ ਮੇਰੇ ਵੀ ਝੜਦੇ ਆ ਵਾਲ। ਉਹ ਭਾਈ ਕੁਛ ਗੱਲਾਂ ਹੁੰਦੀਆਂ ਨੇ ਕੇਸਾਂ ਦੇ ਝੜਨ ਦਾ ਕਾਰਨ, ਹੇਅਰ ਫਾਲ ਹੋਵੇ ਜ਼ਿਆਦਾ, ਪਰ ਜ਼ਿਆਦਾਤਰ ਵਾਲ ਝੜਨੇ ਹੀ ਹਨ। ਜਿੰਨੇ ਉਹ ਨਵੇਂ ਬਣਦੇ ਆ ਉਹ ਤੋਂ ਘੱਟ ਝੜਦੇ ਆ। ਨਿੱਤ ਨਵੇਂ ਆ ਰਹੇ, ਹੇਅਰ ਦੀ ਰਿਪੇਅਰ ਹੋ ਰਹੀ ਹੈ, ਪਰ ਮਨੁੱਖ ਡਰ ਜਾਂਦਾ, ਮੇਰੇ ਸਿਰ ਦੇ ਵਾਲ ਮੈਂ ਜੀ ਕੰਘਾ ਕਰਾਂ 2 ਵੇਲੇ ਨਿਕਲਦੇ ਆ। ਤੇ ਗੁਰੂ ਸਾਹਿਬ ਦੇ ਕੇਸਾਂ ਨੂੰ ਕਦੇ ਵੇਖਿਓ, ਉਸ ਵੇਲੇ ਤੇ ਕੋਈ ਮੈਡੀਕਲ ਸਾਇੰਸ ਨਹੀਂ ਸੀ, ਕੋਈ ਧੰਦਾ ਨਹੀਂ ਸੀ ਚੱਲਦਾ, ਪਰ ਉਹਨਾਂ ਸਮਿਆਂ ਦੇ ਵਿੱਚ ਵੀ ਜੇ ਅੱਜ ਵੀ ਸਤਿਗੁਰਾਂ ਦੇ ਕੰਘੇ ਵਿੱਚ ਪਏ ਕੇਸ ਵੇਖੋਗੇ, ਇੱਕ ਵੇਲੇ ਦੇ ਗੁੱਛੇ ਦਾ ਗੁੱਛਾ ਨਿਕਲੇਗਾ। ਜਾਓ ਗੋਇੰਦਵਾਲ ਸਾਹਿਬ ਦੀ ਧਰਤੀ ਤੇ ਦਰਸ਼ਨ ਕਰਕੇ ਆਓ, ਕੰਘੇ ਵਿੱਚ ਕੇਸ ਕਿੰਨੇ ਨੇ। ਪੀਰ ਬੁੱਧੂ ਸ਼ਾਹ ਨੂੰ ਗੁਰੂ ਕਲਗੀਧਰ ਜੀ ਨੇ ਕੰਘਾ ਬਖਸ਼ਿਆ, ਇੱਕ ਵੇਲੇ ਦੇ ਕਿੰਨੇ ਕੇਸ ਨੇ। ਤੇ ਸਾਨੂੰ ਤੇ ਇਹਨਾਂ ਚੀਜ਼ਾਂ ਦਾ ਹੀ ਬੜਾ ਸਟ੍ਰੈਸ ਆ, ਮੇਰੇ ਵਾਲ ਝੜਦੇ, ਦੂਜੇ ਦੇ ਵਾਲ ਵੇਖ ਕੇ ਦੰਦਲ ਪੈਂਦੇ, ਹਾਏ ਅੱਡੇ ਲੰਬੇ ਵਾਲ ਤੇਰੇ, ਵੀ ਹੁਣ ਉਹ ਗੰਜਾ ਹੋ ਜੇ। ਪਿਆਰਿਓ, ਸਿਰ ਦੇ ਵਾਲ ਝੜਨੇ ਆਮ ਗੱਲ ਹੈ, ਇਸ ਕਰਕੇ ਇਹਨਾਂ ਦੀ ਗਿਣਤੀ ਨਹੀਂ ਹੋ ਸਕਦੀ। ਨਿੱਤ ਸਾਡੇ ਸਰੀਰ ਦੇ ਵਾਲ ਝੜਦੇ, ਨਿੱਤ ਨਵੇਂ ਆਉਂਦੇ ਆ। ਸਾਡੇ ਸਰੀਰ ਦੀ ਸਕਿਨ ਕੁਛ ਦਿਨਾਂ ਬਾਅਦ ਡੈੱਡ ਹੋ ਕੇ ਨਵੀਂ ਆਉਂਦੀ ਰਹਿੰਦੀ, ਪਤਾ ਨਹੀਂ ਲੱਗਦਾ, ਜਿਵੇਂ ਸੱਪ ਦੀ ਕੁੰਝ ਹੈ, ਕਿਉਂਕਿ ਉਹਨੂੰ ਲਾਉਣੀ ਪੈਂਦੀ ਹੈ। ਆਉਂਦੀ ਨਵੀਂ ਜ਼ਰੂਰ ਹੈ, ਪਰ ਪੁਰਾਣੀ ਲਾਉਣ ਦਾ ਬੰਦੋਬਸਤ ਉਹਦੇ ਕੋਲ ਨਹੀਂ ਹੈ, ਇਸ ਕਰਕੇ ਉਹਨੂੰ ਖਹਿ ਕੇ ਲਾਉਣੀ ਪੈਂਦੀ ਹੈ। ਮਨੁੱਖ ਦੀ ਚਮੜੀ ਨਹਾਤਿਆਂ ਧੋਤਿਆਂ ਘਸਦੀ ਰਹਿੰਦੀ ਹੈ, ਲੱਥਦੀ ਰਹਿੰਦੀ ਹੈ। ਗੁਰੂ ਨਾਨਕ ਸਾਹਿਬ ਆਖਣ ਲੱਗੇ, ਨੀਲ ਕੇਸ ਹਨ ਰੋਮ, ਇਹ ਆਉਂਦੇ ਨੇ, ਨਿੱਤ ਆਉਂਦੇ ਆ ਨਵੇਂ, ਜਿਨ੍ਹਾਂ ਦੀ ਕੋਈ ਗਿਣਤੀ ਨਹੀਂ। ਗੁਰੂ ਸਾਹਿਬ ਦੀ ਰਸਨਾ ਤੋਂ ਬਚਨਾਂ ਨੂੰ ਸੁਣ ਕੇ ਮਸ਼ਿੰਦਰ ਨਾਥ ਬੜਾ ਅਚਰਜ ਹੁੰਦਾ ਏ। 16 ਸਹਿ ਸੰਦ ਤਿਲੀ ਪਲਬ 12 ਜਾਣੀਏ। ਮਰਦ ਕਹਿੰਦੇ ਸਾਡੇ ਸਰੀਰ ਵਿੱਚ 1600 ਜੋੜ ਹੈ, ਜੁਆਇੰਟ। ਹੱਡੀਆਂ ਕਿੰਨੀਆਂ ਨੇ? ਵਿਗਿਆਨ ਵੀ ਮੰਨਦਾ 206, ਕੋਈ 207 ਵੀ ਹੁੰਦੀਆਂ, ਵਿੱਚ 208 ਵੀ ਹੁੰਦੀਆਂ, ਹੁੰਦਾ ਬਹੁਤ ਕੁਛ, ਪਰ ਪੂਰੀ ਬਾਡੀ ਦੇ ਵਿੱਚ ਕਹਿੰਦੇ 1600 ਜੋੜ ਮੰਨਿਆ ਜਾਂਦਾ ਹੈ। ਉਹ ਦੇਖੋ, ਉਦੋਂ ਨਾ ਤੇ MRI ਮਸ਼ੀਨ ਸੀ, ਨਾ ਸਿਟੀ ਸਕੈਨ ਸੀ, ਨਾ ਐਕਸ-ਰੇ ਮਸ਼ੀਨ ਸੀ, ਨਾ ਲੇਜ਼ਰ ਕੈਮ ਸੀ, ਪਰ ਉਸ ਵੇਲੇ ਐਡੀ ਵੱਡੀ ਥਿਊਰੀ ਕਿੱਦਾਂ ਗਿਣ ਲਿਆ ਸਿੱਧਾ ਨੇ? ਸਿੱਧ ਕਰਾਮਾਤੀ ਸੀ। A to Z, ਸਿਰ ਤੋਂ ਲੈ ਕੇ ਪੈਰਾਂ ਤੱਕ ਹਰ ਗੱਲ ਜਾਣਦੇ ਸੀ, ਉਹ ਵੈਦ ਸਨ ਇੱਕ ਵੇਲੇ ਦੇ। ਗੁਰੂ ਨਾਨਕ ਸਾਹਿਬ ਮਰਦ ਕਹਿੰਦੇ, ਭਾਈ 1600 ਜੋੜ ਹੈ, ਤੇ ਮਨੁੱਖ ਦੇ ਸਰੀਰ ਦੀ ਚਮੜੀ ਕਿੰਨੀ ਹੈ? 12 ਉਂਗਲ। ਸਾਰੀ ਖੱਲ ਲਾ ਦੋ ਸਰੀਰ ਦੀ। ਜਦੋਂ ਉਹ ਖੱਲ ਦੀ ਢੇਰ ਲੱਗ ਗਈ ਤੇ ਉਹਦੇ ਕੋਲ ਹੱਥ ਰੱਖੋਗੇ, 10 ਉਂਗਲਾਂ ਪਲੱਸ 2, ਕਹਿੰਦੇ 12 ਉਂਗਲ ਮਨੁੱਖ ਦੇ ਸਰੀਰ ਉੱਤੇ ਚਮੜੀ ਹੈ। ਹੁਣ ਉਂਗਲ ਦਾ ਹਿਸਾਬ ਲਾ ਲਓ ਵੀ ਅੱਧਾ ਕੁ ਇੰਚ ਜਾਂ ਪੌਣਾ ਇੰਚ ਹੈ, ਕੀ ਹਿਸਾਬ ਕਿਤਾਬ ਹੈ? ਘੱਟ ਹੋਊਗੀ, ਸੂਤ ਦੇ ਹਿਸਾਬ ਨਾਲ ਹੋਊਗੀ। ਮਰਦ ਕਹਿੰਦੇ, ਭਾਈ 12 ਉਂਗਲਾਂ ਜਿੰਨੀ ਚਮੜੀ ਕੇਵਲ ਮਨੁੱਖ ਦੇ ਸਰੀਰ ਉੱਤੇ ਹੈ। 12 ਉਂਗਲਾਂ ਦਾ ਬੰਦਾ ਅਸਮਾਨ ਨੂੰ ਟਾਕੀਆਂ ਲਾਉਂਦਾ ਫਿਰਦਾ, ਆਖੋ ਸਤਿਨਾਮ। ਅੱਗੇ ਪੁਰਾਣੇ ਬਜ਼ੁਰਗ ਕਹਿੰਦੇ ਸੀ, ਕਹਿੰਦੇ 2.5 ਉਂਗਲਾਂ ਦਾ ਜਵਾਕ,
ਕਿਉਂ ਕਿਹਾ ਜਾਂਦਾ? ਕਦੇ ਸੋਚਿਆ ਲੌਜਿਕ? ਬੱਚੇ ਦੇ ਸਰੀਰ ਦੀ ਚਮੜੀ ਸਿਰਫ 2.5 ਉਂਗਲ ਹੈ ਜਦੋਂ 4 ਤੋਂ 5 ਸਾਲ ਤੱਕ। ਜਦੋਂ ਬੁਢਾਪੇ ਤੱਕ ਆ ਜਾਂਦਾ ਸਿਰਫ ਉਹਦੇ ਸਰੀਰ ਉੱਤੇ ਚਮੜੀ 12 ਉਂਗਲਾਂ ਤੱਕ ਦੀ ਹੈ। ਹੁਣ 12 ਉਂਗਲ ਕੀ ਚੀਜ਼ ਹੈ ਜੀ? 1 ਫੁੱਟ ਵੀ ਨਹੀਂ ਬਣਦਾ ਜੇ ਵੇਖਿਆ। ਗੁਰੂ ਨਾਨਕ ਸਾਹਿਬ ਮਹਾਰਾਜ ਆਖਦੇ ਆ, ਕਹਿੰਦੇ ਭਾਈ ਇੰਨੀ ਕੁ ਇਹਦੇ ਸਰੀਰ ਉੱਤੇ ਪੱਲਵ ਕਹੀਏ ਚਮੜੀ ਹੈ। ਕੋਈ ਵੀ ਤੰਦਰੁਸਤ ਮਨੁੱਖ ਹੈ, ਕਿਉਂਕਿ ਯੋਗੀਆਂ ਕੋਲ ਬਿਮਾਰਾਂ ਦੀ ਗੱਲ ਥੋੜਾ ਹੋਣੀ ਵੀ ਉਹਦੀ ਕਿੰਨੀ ਹੈ। ਬਿਮਾਰ ਬੰਦੇ ਦੇ ਸਰੀਰ ਦੀ ਚਮੜੀ ਘਟ ਜਾਂਦੀ ਹੈ, ਸਕਿਨ ਡੈਡ ਹੁੰਦੀ ਜਾਂਦੀ ਹੈ, ਕੱਦ ਵਿਗੜੀ ਜਾਂਦਾ, ਹੱਡੀਆਂ ਘਸੀ ਜਾਂਦੀਆਂ। ਇੱਥੇ ਜਿਹਨੂੰ ਮਰਜ਼ੀ ਪੁੱਛ ਲਾ, ਗੋਡੇ ਘਸ ਗਏ, ਘਸਣੇ ਹੀ ਆ, ਵਿਹਲੇ ਬੈਠੇ ਆ, ਕੰਮ ਨਹੀਂ ਕਰਨਾ, ਡੱਕਾ ਨਹੀਂ ਤੋੜਨਾ। ਜਿਸ ਮਨੁੱਖ ਦਾ ਸਰੀਰ ਹੈ, ਆ ਸਾਡੇ ਜਿਹੜੇ ਗੋਡੇ ਹੈ, ਇਹਦੇ ਜੁਆਇੰਟ ਹੈ, ਕਿੰਨਾ ਭਾਰ ਚੁੱਕ ਸਕਦੇ ਆ ਜੀ? ਸਾਇੰਟੀਫਿਕ ਤੌਰ ਤੇ ਮੈਡੀਕਲ ਤੋਂ ਪੁੱਛ ਲਿਓ, ਸਿਰਫ ਸਾਡੇ ਗੋਡੇ 63 ਕਿਲੋ ਭਾਰ ਚੁੱਕ ਸਕਦੇ ਆ। ਤੇ ਚੰਗੇ ਭਲੇ ਬੰਦੇ ਦਾ ਆਪਣਾ weight 85 ਕਿਲੋ ਆ, ਤੇ ਵਿਚਾਰੇ ਗੋਡੇ ਕੀ ਕਰਨਗੇ? ਆਖੋ ਸਾਡੇ ਨਾਲ ਕੀ ਕਰੂਗਾ ਜੀ ਉਹ? ਜਿਹਦਾ ਸਰੀਰ ਹੀ 80 ਕਿਲੋਆਂ ਦਾ ਹੋ ਗਿਆ ਤੇ ਉਹਦੇ ਤੇ ਗੋਡਿਆਂ ਜਵਾਬ ਭਾਈ ਦੇਣਾ ਹੀ ਦੇਣਾ। ਬੋਰੀਆਂ ਵਰਗਾ ਤੇ weight ਆ ਸਾਡੇ ਚ, ਰਾਸ਼ਨ ਖਾ ਖਾ ਕੇ। ਫਿਰ ਅਸੀਂ ਲੋਕਾਂ ਨੂੰ ਮਾੜਾ ਕਹਿ ਦਿੰਦੇ, ਪਰ 63 ਕਿਲੋ ਤੋਂ ਵੱਧ ਗੋਡੇ ਬਣੇ ਹੀ ਨਹੀਂ ਭਾਰ ਚੁੱਕਣ ਲਈ। ਇਸ ਤੋਂ ਵੱਧ ਨਹੀਂ ਹੈ ਇਹਦੀ ਕਪੈਸਿਟੀ, ਇੰਨੀ ਹੈ। ਗੁਰੂ ਨਾਨਕ ਸਾਹਿਬ ਆਖਣ ਲੱਗੇ, ਕਹਿੰਦੇ ਭਾਈ ਇੰਨੀ ਮਨੁੱਖ ਤੇ ਚਮੜੀ ਹੈ 12 ਉਂਗਲ। ਮਸ਼ਿੰਦਰਨਾਥ ਹੈਰਾਨ ਇਸ ਕਰਕੇ ਹੁੰਦਾ ਹੈ ਵੀ ਇਹਨਾਂ ਨੂੰ ਕਦੇ ਵੇਖਿਆ ਨਹੀਂ, ਕਦੇ ਸਿੱਧਾਂ ਦੀ ਜਮਾਤ ਚ ਨਹੀਂ ਆਈ, ਜਾਣਦੇ ਕਿਵੇਂ ਨੇ ਸਾਰਾ ਕੁਛ। ਅੰਦਰੋਂ ਅੰਦਰ ਲੱਗਣ ਲੱਗ ਗਿਆ ਇਹ ਕੋਈ ਕਰਾਮਾਤੀ ਹਨ। ਅੰਗਰੀ ਕਰਿ ਜੋ 8 ਐਸੋ ਦੇਹੀ ਠਾਟ ਸਭ। ਸਤਿਗੁਰੂ ਆਖਦੇ, ਕਹਿੰਦੇ ਰਹਿ ਗਿਆ ਕਲੇਜਾ, ਕਹਿੰਦੇ ਸਿਰਫ 8 ਉਂਗਲਾਂ ਦਾ ਹੈ, ਸਿਰਫ 8 ਉਂਗਲਾਂ। ਜਦੋਂ 8 ਉਂਗਲਾਂ ਤੋਂ ਬਾਅਦ ਜੇ ਫਿਰ ਡਾਕਟਰ ਕੀ ਕਹਿੰਦਾ ਹੈ? ਸੁੱਖ ਨਾਲ ਭਾਈ ਤੇਰਾ ਲੀਵਰ ਫੈਟੀ ਹੈ। ਸੋਜਾ ਚੜ ਜਾਂਦਾ, ਫਿਰ ਫੈਟ ਆ ਜਾਂਦੀ ਹੈ, ਚਮੜਾ ਚੜਿਆ ਹੋਇਆ, ਜੋ ਖਾਈ ਜਾਣਾ ਹੈ ਫੂਡ ਜੰਮਣੀ ਹੈ ਫੈਟ ਤੇ। ਅੱਜ ਸੁੱਖ ਦੇ ਨਾਲ ਜਿੰਨੇ ਆਪਣੇ ਇੰਡੀਆ 'ਚ 130 ਕਰੋੜ ਦੀ ਗਿਣਤੀ ਮੰਨੀ ਜਾਂਦੀ ਹੈ, ਘਟਦੀ ਵੱਧਦੀ ਰਹਿੰਦੀ ਹੈ। ਹੁਣ ਜੇ ਇੱਥੋਂ ਕਿਤੇ ਸਰਵੇ ਹੋ ਜੇ ਨਾ ਵੀ ਕਿੰਨੇ % ਲੋਕਾਂ ਦਾ ਲੀਵਰ ਫੈਟੀ ਹੈ, 92% ਇੰਡੀਆ ਭਾਗਾਂ ਵਾਲਾ ਸਾਰਾ ਫੈਟੀ ਲੀਵਰ ਤੁਰਿਆ ਫਿਰਦਾ ਹੈ। ਲੀਵਰ ਦਾ ਸਾਈਜ਼, ਮਿਹਦੇ ਦਾ ਸਾਈਜ਼ ਸਿਰਫ 8 ਉਂਗਲਾਂ ਸੀ। ਹੁਣ ਜਦੋਂ ਇੱਕ ਬੱਚਾ ਜੰਮਦਾ ਹੈ ਉਹਦਾ ਪੇਟ ਕਿੰਨਾ ਹੁੰਦਾ? ਇਹ ਗਿਆਨ ਦੀਆਂ ਗੱਲਾਂ ਨੇ। ਜੰਮਦੇ ਬੱਚੇ ਦਾ ਪੇਟ ਸਿਰਫ ਮਟਰ ਦੇ ਦਾਣੇ ਜਿੰਨਾ ਹੁੰਦਾ ਏ। ਜਦ ਮਾਂ ਉਹਨੂੰ ਦੁੱਧ ਦਿੰਦੀ ਹੈ ਨਾ, ਮਾਂ ਦੇ ਅਸਥਨਾਂ ਦੀ ਕਪੈਸਿਟੀ ਵੀ ਓਨੀ ਹੁੰਦੀ ਹੈ ਜਿੰਨਾ ਮਨੁੱਖ ਦੁੱਧ ਪੀਂਦਾ ਬੱਚਾ, ਉਹਦੇ ਹਿਸਾਬ ਦੇ ਨਾਲ ਦੁੱਧ ਵਧਣਾ ਸ਼ੁਰੂ ਹੁੰਦਾ। ਪਹਿਲੇ ਦਿਨ ਦੁੱਧ ਬਹੁਤ ਜ਼ਿਆਦਾ ਨਹੀਂ ਹੁੰਦਾ, ਮਟਰ ਜਿੰਨਾ ਪੇਟ ਸੀ, ਹੌਲੀ ਹੌਲੀ ਵਧਣਾ ਸ਼ੁਰੂ ਹੋਇਆ। ਵੱਧ ਤੋਂ ਵੱਧ ਮਨੁੱਖ ਦਾ ਢਿੱਡ ਤੰਦਰੁਸਤ ਦਾ 1 ਮੁੱਠ ਜਿੰਨਾ ਹੈ, ਸਿਰਫ ਇੰਨਾ ਹੀ ਹੈ। ਤੇ ਆਪਣੇ ਸੁੱਖ ਨਾਲ DGP ਦੇ ਰੈਂਕ ਤੋਂ ਲੈ ਕੇ ਆ ਜਾਓ ਥਾਣੇਦਾਰ ਤੱਕ, ਇੰਚਾਂ ਵਾਲਾ ਪੀਤਾ ਵੀ ਟੁੱਟ ਜਾਂਦਾ। ਸਤਿਨਾਮ। ਤੰਦਰੁਸਤ ਬੰਦੇ ਦਾ ਸਰੀਰ ਆਪਣੇ ਹੱਥ ਦੀ ਮੁੱਠ ਬਣਾ ਲਓ। ਜਿੱਡੀ ਹੁਣ ਮੰਨ ਲਓ ਮੇਰਾ ਸਰੀਰ ਪਤਲਾ ਹੈ, ਜਿੰਨੀ ਕਿ ਮੇਰੀ ਮੁੱਠ, ਮੇਰਾ ਸਿਰਫ ਪੇਟ ਇੰਨਾ ਹੀ ਹੈ, ਮੈਂ ਇੰਨਾ ਹੀ ਭੋਜਨ ਖਾ ਸਕਦਾ, ਲੋੜ ਤੋਂ ਵੱਧ ਖਾਊਂ ਮਰਨਾ ਹੀ ਹੈ, ਫਿਰ ਬਿਮਾਰ ਹੀ ਹੋਣਾ। ਆਪਣੇ ਹਿਸਾਬ ਨਾਲ ਵੇਖੋ ਵੀ ਇੰਨੇ ਤੋਂ ਵੱਧ ਭੋਜਨ ਨਹੀਂ ਹੋਣਾ ਚਾਹੀਦਾ, ਤੰਦਰੁਸਤੀ ਦੀ ਨਿਸ਼ਾਨੀ ਹੈ। ਸਤਿਗੁਰੂ ਕਹਿੰਦੇ ਇਹ ਕਾਲਜਾ ਸਿਰਫ 8 ਉਂਗਲਾਂ ਦਾ ਏ। ਹੁਣ 8 ਉਂਗਲਾਂ ਲਾ ਲਓ ਜੀ ਕਿੰਨੀਆਂ ਕੁ ਬਣ ਗਈਆਂ, ਸਿਰਫ ਇੰਨਾ ਕੀ ਹੈ, ਇਹਦੇ 'ਚ ਹੀ ਸਾਰਾ ਕੁਝ ਹੈ। ਤੇ ਇੱਕ ਟਾਈਮ ਦਾ ਪੀਜ਼ਾ ਅਸੀਂ 8-8 ਪੀਸ ਖਾ ਜਾਂਦੇ ਹਾਂ। ਧੰਨ ਕਾਲਜਾ ਸਾਡਾ, ਫਿਰ ਕੀ ਕਰੂਗਾ? ਲੀਵਰ 52 ਵੀ ਫੇਲ ਹੁੰਦੀ, ਫਿਰ ਆਖੋ ਸਤਿਨਾਮ। ਉਹ ਵੀ ਕੰਮ ਨਹੀਂ ਕਰਦੀ, ਜਿਹਦੀ ਮਰਜ਼ੀ ਬਾਹ ਫੜ ਕੇ ਵੇਖ ਲਓ। ਚੱਲੀਏ ਵਿਆਹ ਤੇ, ਕਹਿੰਦੇ ਨਾ ਭਾਈ, ਪਹਿਲਾਂ ਬੜਾ ਸ਼ੌਂਕ ਹੁੰਦਾ ਸੀ 10 ਸਾਲ ਪਹਿਲਾਂ ਵਿਆਹ ਤੇ ਜਾਣ ਦਾ, ਹੁਣ ਕਿਉਂ ਨਹੀਂ? ਸਾਰੀ ਬਿਮਾਰ ਨੇ, ਸਾਰੀ ਬਿਮਾਰ ਨੇ। ਉਹ ਅਲੱਗ ਗੱਲ ਹੈ, ਕੋਈ ਮੰਨੇ ਨਾ ਮੰਨੇ, ਪਰ ਅੰਦਰੋਂ ਸਭ ਦੁਖੀ ਨੇ। ਪਰ ਅਸਲ ਸਰੀਰ ਸਾਡਾ ਇੰਨਾ ਹੀ ਹੈ। ਇਹਦੇ ਨਾਲ ਧੱਕਾ ਕਰੋਗੇ ਤੇ ਫਿਰ ਉਹ ਕਾਲਜੇ ਦਾ ਸਾਈਜ਼, ਲੀਵਰ ਦਾ ਵੀ ਵਧਣਾ, ਮਿਹਦੇ ਦਾ ਵੀ ਵਧਣਾ। ਜਦ ਕੋਈ ਚੀਜ਼ ਲਾਰਜ ਹੋ ਜਾਊਗੀ, ਆਪਣੇ ਸਾਈਜ਼ ਤੋਂ ਬਾਅਦ ਜਾਊਗੀ, ਖਰਾਬ ਹੀ ਕਰੂਗੀ। ਤੁਸੀਂ ਜੁੱਤੀ ਆਪਣੇ ਮੇਚੇ ਤੋਂ ਨੰਬਰ ਤੋਂ ਵੱਡੀ ਪਾ ਲਓ, 2 ਨੰਬਰ 1 ਨੰਬਰ, ਕੀ ਹੋਊਗਾ? ਸੱਟ ਮਾਰ ਦੂਗੀ। ਕੰਫਰਟੇਬਲ ਹੀ ਹੋਵੋਗੇ। ਤੇ ਜਦ ਲੀਵਰ, ਮਿਹਦਾ, ਕਿਡਨੀ ਦਾ ਸਾਈਜ਼ ਲੋੜ ਤੋਂ ਵੱਧ ਕੇ ਹੋਊਗਾ, ਬੰਦਾ ਤੰਦਰੁਸਤੀ ਨਾਲ ਜੀ ਸਕਦਾ ਜੀ? ਬਿਲਕੁਲ ਨਹੀਂ। ਕਸੂਰ ਕਿਹਦਾ? ਫਿਰ ਡਾਕਟਰ ਦਾ ਕਿਹਦਾ ਹੈ? ਸਾਡਾ ਹੈ। ਗੁਰੂ ਨਾਨਕ ਸਾਹਿਬ ਆਖਣ ਲੱਗੇ ਭਾਈ 8 ਉਂਗਲਾਂ ਸਿਰਫ ਕਾਲਜੇ ਮਿਹਦੇ ਦਾ ਆਕਾਰ ਹੈ। ਇਹ ਇੰਨਾ ਕਮਜ਼ੋਰ ਹੁੰਦਾ ਹੈ।
ਜਦ ਕੋਈ ਗੱਲ ਕਹਿ ਦੇ ਨਾ ਡਰ ਜਾਂਦਾ ਹੈ। ਦੇਖੋ ਮਨ ਵੇਖਿਆ ਕਿਸੇ ਨੇ ਨਹੀਂ ਨਾ, ਤੇ ਜਦੋਂ ਸਾਨੂੰ ਕੋਈ ਡਰਾਏ ਸਾਡੇ ਫੀਲਿੰਗ ਜੀ ਕਿੱਥੇ ਆਉਂਦੀ, ਆਹ ਥਾਂ ਤੇ ਇੱਥੇ ਜੀ ਐ ਖਿੱਚ ਜੀ ਪੈਂਦੀ ਹੈ, ਗੁੰਮ ਜਾ ਉੱਠਦਾ ਹੈ, ਬੰਦਾ ਕਹਿੰਦਾ ਮੈਂ ਡਰ ਗਿਆ, ਮੈਨੂੰ ਕੁਝ ਹੋਊਗਾ, ਹਾਏ ਮੈਨੂੰ ਨਹੀਂ ਇੱਦਾਂ ਹੋਏਗਾ। ਕਾਲਜਾ ਬਿਲਕੁਲ ਛੋਟਾ, ਮੁੱਠੀ ਤੋਂ ਘਟਦਾ ਘਟਦਾ ਬਹੁਤ ਜ਼ਿਆਦਾ ਕੰਪਰੈਸ ਹੋ ਜਾਂਦਾ ਹੈ। ਤੇ ਫਿਰ ਬੜੇ ਲੋਕੀ ਕਹਿੰਦੇ ਹਾਏ ਕਾਲਜਾ ਹੀ ਮੂੰਹ ਨੂੰ ਆ ਗਿਆ, ਮੇਰਾ ਕਾਲਜਾ ਫੜਦਾ ਜਾਂਦਾ ਹੈ। ਕੀ ਚੀਜ਼ ਹੈ ਇਹ ਬਈ, ਸੋਚਿਆ ਕਦੇ ਇਹਦੇ ਬਾਰੇ? ਨਹੀਂ, ਇੰਨਾ ਟਾਈਮ ਕਿਹਦੇ ਕੋਲੇ ਹੈ। ਸਤਿਗੁਰੂ ਕਹਿੰਦੇ 8 ਉਂਗਲਾਂ ਦਾ ਕਾਲਜਾ ਹੈ, ਪਰ ਜਿਹਦਾ ਤੰਦਰੁਸਤ ਹੈ ਤੇ ਜਦੋਂ ਇਹ ਫੈਲ ਜਾਂਦਾ 16 ਉਂਗਲਾਂ ਚ ਆ ਜਾਂਦਾ, ਤੇ ਬੰਦਾ ਕਹਿੰਦਾ ਮੇਰੇ ਸਾਹਮਣੇ ਜਿਹੜਾ ਮਰਜ਼ੀ ਆ ਜੇ ਪਾੜ ਕੇ 2 ਟੁੱਟੇ ਕਰ ਦੂੰ, ਤੇ ਜੇ 8 ਤੋਂ 4 ਹੋ ਜੇ ਫਿਰ ਪੈਡਾਂ ਥੱਲੇ ਲੁਕਦਾ ਖੋਸਾ ਦੇ ਨਾਮ ਡਰ ਜਾਂਦਾ ਹੈ। ਉਦੋਂ ਮਰਦ ਕਹਿੰਦੇ ਕਾਲਜਾ ਬਹੁਤ ਛੋਟਾ ਹੈ। ਇਸੇ ਕਰਕੇ ਬੰਦਾ ਕਹਿੰਦਾ ਜਿਗਰਾ ਹੋਣਾ ਚਾਹੀਦਾ ਹੈ। ਜਿਗਰਾ ਜ਼ਰੂਰੀ ਹੈ, ਬੋਡੀ ਜ਼ਰੂਰੀ ਨਹੀਂ ਹੈ। ਹੁਣ ਬਿੱਲੀ ਅਤੇ ਸ਼ੇਰ ਜ਼ਮੀਨ ਅਸਮਾਨ ਦਾ ਫਰਕ ਹੈ, ਪਰ ਜਿਹੜੀਆਂ ਗੱਲਾਂ ਸ਼ੇਰ ਵਿੱਚ ਨੇ ਸ਼ਾਇਦ ਬਿੱਲੀ 'ਚ ਨਾ ਹੋਣ, ਪਰ ਜਿਹੜੇ ਗੁਣ ਬਿੱਲੀ ਵਿੱਚ ਨੇ ਉਹ ਸ਼ੇਰ 'ਚ ਕਦੇ ਵੀ ਨਹੀਂ ਆ ਸਕਦੇ। ਸ਼ੇਰ ਜੰਗਲ ਦਾ ਰਾਜਾ ਹੋ ਸਕਦਾ, ਦਰਖਤ ਤੇ ਤਾਂ ਨਹੀਂ ਚੜ੍ਹ ਸਕਦਾ, ਬਿੱਲੀ ਚੜ੍ਹ ਜਾਂਦੀ ਹੈ, ਉਹ 'ਚ ਕਪੈਸਿਟੀ ਹੈ। ਬਿੱਲੀ ਤੁਹਾਡੇ ਗੇਟ ਥੱਲੋਂ ਲੰਘ ਜੂ, ਸ਼ੇਰ ਲੰਘ ਜੂ ਨਹੀਂ ਨਾ। ਫਿਰ ਇਹ ਰੱਬ ਦੀਆਂ ਖੇਡਾਂ ਨੇ। ਗੁਰੂ ਨਾਨਕ ਸਾਹਿਬ ਜੀ ਨੇ ਆਖਿਆ ਭਾਈ ਏਡਾ ਕਾਲਜਾ ਹੈ ਇੱਕ ਤੰਦਰੁਸਤ ਮਨੁੱਖ ਦਾ। ਹੋਰ ਦੱਸ ਮਸ਼ਿੰਦਰਾ ਤੂੰ ਕੀ ਪੁੱਛਣਾ ਚਾਹੁੰਦਾ ਏ? ਬੂਝਵੇ ਕੀ ਚਾਹੇ ਔਰ ਮੋਹ ਸੋ ਬਖਾਨੀਏ। ਹੋਰ ਕੁਝ ਪੁੱਛਣਾ ਹੋਵੇ, ਪੁੱਛਣ ਦੀ ਚਾਹਤ ਹੋਵੇ ਤੇ ਸਾਨੂੰ ਦੱਸੀ, ਅਸੀਂ ਦੱਸ ਦਾਂਗੇ। ਤੇ ਮਸ਼ਿੰਦਰ ਨਾਥ ਲਈ ਤੇ ਸਿੱਧੀ ਗੱਲ ਕਰੀਏ ਜੱਬ ਛੜ ਗਿਆ ਵੀ ਮੈਂ ਤੇ ਕਰਦਾ ਸੀ ਚੈਲੰਜ। ਓਏ ਤੇ ਇੰਨਾ ਸੌਖਾ ਜਵਾਬ ਦਿੰਦੇ ਜਿਵੇਂ ਬੱਚੇ ਨੇ ਪਹਾੜੇ ਰੱਟੇ ਹੋਣ ਟੇਬਲ। ਛੋਟੇ ਜਿਹੇ ਬੱਚੇ ਨੂੰ ਕਹਿ ਦੋ ਟੇਬਲ ਸੁਣਾ ਦੋ, ਪੋਇਮ ਸੁਣਾ ਦੋ, ਮੈਂ ਕਹਿਣਾ ਜੀ ਪਹਿਲੇ ਕਲਿੱਕ ਤੇ ਸਟਾਰਟ ਹੋ ਜਾਂਦਾ ਹੈ। ਹੁਣ ਆਪਾਂ ਜਿੰਨਾ ਮਰਜ਼ੀ ਪੜ੍ਹੇ ਹੋਈਏ, ਕੋਈ ਸਾਨੂੰ ਆਖੇ 30 40 50 ਸਾਲਾਂ ਲੈ ਵੀ ਪੋਇਮ ਸੁਣਾ ਦੇ, ਬੰਦਾ ਉਸਲ ਬੱਟੇ 'ਚ ਲੈ ਕੇ ਆਲਾ ਦੁਆਲਾ 'ਚ ਦੇਖ ਕੇ ਵੀ ਕੋਈ ਸੁਣਦਾ ਤਾਂ ਨਹੀਂ ਹੈ, ਕਹਿੰਦਾ ਯਾਰ ਨਹੀਂ ਆਉਂਦੀ। ਉਦੋਂ ਤੇ ਬੜੇ ਰੱਟੇ ਲਾਏ ਸੀ, ਸਾਰੇ ਸਕੂਲ ਨੂੰ ਸਿਰ ਤੇ ਚੁੱਕਿਆ ਹੁੰਦਾ ਸੀ। ਅੱਜ ਕਿਉਂ ਨਹੀਂ ਯਾਦ? ਕਿਉਂਕਿ ਵਕਤ ਲੰਘ ਗਿਆ ਨਾ। ਹੁਣ ਨਾ ਉਹ ਭੇਜਾ ਰਿਹਾ, ਦਿਮਾਗ ਰਿਹਾ, ਨਾ ਖਿਆਲ ਰਹੇ, ਨਾ ਹਾਲਾਤ ਰਹੇ ਉੱਦਾਂ ਦੇ, ਬਹੁਤ ਅੱਗੇ ਆ ਗਏ, ਸਟ੍ਰੈਸ 'ਚ ਫਸੇ ਹੋਏ ਆ। ਹੁਣ ਇਹ ਹੈਰਾਨ ਤਾਂ ਹੋਈ ਜਾਂਦਾ ਹੈ ਵੀ ਮੈਂ ਕਿਹਾ ਸੀ ਮੇਰੇ ਕਿਸੇ ਸਵਾਲ ਦਾ ਜਵਾਬ ਨਹੀਂ ਦੇ ਸਕਦੇ, ਨਾ ਤੇ ਭੜਕਾ ਕੇ ਮਾਰੇ ਸਵਾਲ ਸਾਰੇ। ਮੈਨੂੰ ਕਹਿੰਦੇ ਹੋਰ ਪੁੱਛ, ਤੇ ਇਹ ਤੋਂ ਵੱਧ ਕੀ ਪੁੱਛ ਸਕਦਾ ਹੈ? ਮਸ਼ਿੰਦਰ ਨਾਥ ਖੜਾ ਸੋਚੀ ਜਾਵੇ ਵੀ ਗੁਰੂ ਮੇਰਾ ਤਾਈਓ ਕਹਿੰਦਾ ਸੀ ਵੀ ਜਿਹੜਾ ਇਹਨੂੰ ਝੁਕਾ ਲੂਗਾ ਨਾ ਅਮਰ ਹੋ ਜੂਗਾ। ਲੱਗਦਾ ਆਪਣਾ ਅਮਰ ਹੋਣਾ ਔਖਾ ਹੈ। ਇਹਨਾਂ ਨੂੰ ਕੌਣ ਝੁਕਾਊਗਾ, ਕੌਣ ਸਮਝਾਊਗਾ? ਗੱਜ ਦੰਤ ਮ੍ਰਿਗ ਸਿੰਘ ਡਰੇ ਨਾ ਡਰਾਏ ਤਾਂ ਕਿ। ਹੁਣ ਬੇਸ਼ੱਕ ਹਾਥੀ ਦੇ ਦੰਦ ਬਹੁਤ ਵੱਡੇ ਨੇ, ਕਿਉਂਕਿ ਖਾਣ ਵਾਲੇ ਦੰਦ ਉਹਦੇ ਹੋਰ ਹੁੰਦੇ ਆ ਤੇ ਵਿਖਾਉਣ ਵਾਲੇ ਹੋਰ ਹੁੰਦੇ ਨੇ, ਜਿਹੜੇ ਸੁੰਡ ਕੋਲੋਂ 2 ਵਾਰ ਜਿਹੜੇ ਹੁੰਦੇ ਆ। ਹੁਣ ਉਹਨਾਂ ਦੰਦਾਂ ਦੇ ਨਾਲ ਹਾਥੀ ਸ਼ੇਰ ਨੂੰ ਥੋੜੀ ਮਾਰ ਸਕਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਬੱਬਰ ਸ਼ੇਰ ਵਾਂਗ ਵੜਕ ਕੇ ਕਹਿੰਦੇ ਆ, ਉਹ ਜਿੰਨੇ ਗੁੱਸੇ 'ਚ ਆਇਆ ਸੀ ਔਖਾ ਜਿਹਾ ਦਾਬੇ ਜੇ ਮਾਰਦਾ ਸੀ ਠੰਡਾ ਹੋ ਗਿਆ। ਸਿੱਧੀ ਗੱਲ ਆ, ਜੇ ਕੋਈ ਤੁਹਾਡੇ ਤੇ ਆਕੜਦਾ ਨਾ, ਬਹੁਤਾ ਹੰਕਾਰ ਜਾ ਕਰਕੇ ਦਾਬਾ ਮਾਰੇ, ਬਸ ਦੁੱਖ ਦੀ ਰਗ ਤੇ ਹੱਥ ਰੱਖ ਦਿਓ, ਐ ਜਾਂਦਾ ਕੋਸੇ ਪਾਣੀ ਵਾਂਗੂ ਲੰਘਿਆ, ਲੱਭਦਾ ਨਹੀਂ ਹੁੰਦਾ। ਜੇ ਤੁਸੀਂ ਚੁੱਪ ਕਰ ਜਾਓਗੇ, ਸਾਹਮਣੇ ਬੋਲਣ ਵਾਲਾ ਤੁਹਾਡੇ ਸਿਰ ਚੜ ਜੂ, ਮੋਰਾਂ ਤੇ ਚੜਨ ਨੂੰ ਆਉਂਦਾ ਹੈ, ਮੋਢਿਆਂ ਤੇ, ਵੀ ਲੈ ਤੂੰ ਕੀ ਹੈ, ਬੋਲ, ਨਿਕਲ ਬਾਹਰ। ਉਹਦੀ ਕਹਿ ਦੋ ਆ ਬਾਹਰ, ਫਿਰ ਕਹਿੰਦਾ ਛੱਡ, ਆਪਾਂ ਲੜਦੇ ਚੰਗੇ ਲੱਗਦੇ, ਰਹਿਣ ਦੇ ਕੋਲ ਡਰ। ਦੁਨੀਆ ਡਰਦੇ ਨੂੰ ਡਰਾਉਂਦੀ ਹੈ, ਸਾਹਮਣੇ ਕੋਈ ਬੋਲੇ ਅਗਲਾ ਘਬਰਾ ਜਾਂਦਾ, ਕਿਉਂਕਿ ਬੰਦੇ ਦਾ ਨਾ ਇੱਕ ਟੈਂਪਰੇਚਰ ਜਿਹਾ ਹੁੰਦਾ, ਜੇ ਲੋ ਹੋ ਜੇ ਉਹਦੀ ਥੱਲੇ ਆ ਜਾਂਦਾ। ਮਸ਼ਿੰਦਰ ਨਾਥ ਜਦੋਂ ਆਇਆ, ਮਰਦ ਨੂੰ ਇੰਨਾ ਕੌੜਾ ਬੋਲਦਾ ਰਿਹਾ, ਗੁਰੂ ਸਾਹਿਬ ਨੂੰ ਕਹਿਣਾ ਪਿਆ ਮਿੱਠਾ ਬੋਲ ਭਾਈ, ਗੁੱਸਾ ਤਾਂ ਨਾ ਕਰ। ਪਰ ਕਹਿੰਦਾ ਚੰਗਾ ਫਿਰ ਮੇਰੀਆਂ ਗੱਲਾਂ ਦਾ ਜਵਾਬ ਦਿਓ। ਗੁਰੂ ਸਾਹਿਬ ਨੇ ਦੇ ਦਿੱਤਾ। ਅੰਦਰੋਂ ਅੰਦਰ ਮਾਨੀ ਮਨ ਚਿੰਤਾ ਪੈ ਗਈ ਵੀ ਹੋਰ ਕੀ ਪੁੱਛਾਂ, ਸਭ ਕੁਝ ਤੇ ਇਹ ਜਾਣਦੇ ਨੇ। ਇਹ ਹਰੀ ਅਤੋਲ ਬਲ ਹੋਏ ਕੈਸੇ ਹਾਨੇ। ਥੋੜਾ ਜਿਹਾ ਸਤਿਗੁਰਾਂ ਤੋਂ ਦੂਰ ਹੋ ਕੇ ਇੱਕ ਪਾਸੇ ਮੂੰਹ ਕਰਕੇ ਸੋਚਦਾ ਹੈ ਵੀ ਇਹ ਤੇ ਹਾਥੀ ਤੇ ਸ਼ੇਰ ਦੀ ਲੜਾਈ ਹੈ। ਬੇਸ਼ੱਕ ਸ਼ੇਰ ਛੋਟਾ ਕੱਦ ਕਰਕੇ, ਹਾਥੀ ਵੱਡਾ ਏ, ਪਰ ਹਾਥੀ ਕਦੇ ਵੀ ਸ਼ੇਰ ਤੋਂ ਜਿੱਤ ਨਹੀਂ ਸਕਦਾ। ਮਤਲਬ ਮਾਨੀ ਮਨ ਮਸ਼ਿੰਦਰ ਨਾਥ ਹਾਰ ਕਬੂਲ ਰਿਹਾ ਹੈ।
ਪਰ ਹੰਕਾਰੀ ਜੋ ਆ ਮੰਨਣਾ ਚਾਹੁੰਦਾ ਨਹੀਂ। ਸਿੱਧ ਲਾਇਓ ਚਾਹੇ ਨਹੀਂ ਲਗਤ ਸ਼ਕਤ ਕਛ, जैसे ही पपील का पहाड़ को उचात है। ਸਤਿਗੁਰਾਂ ਤੋਂ ਦੂਰ ਹੋ ਕੇ ਨਾ ਮਛੰਦਰ ਨਾਥ ਨੇ ਸੋਚਿਆ ਵੀ ਜੇ ਇਹ ਗਿਆਨ ਚ ਐਡੇ ਵੱਡੇ ਆ, ਹਰਾ ਇਹਨਾਂ ਨੂੰ ਸਕਿਆ ਨਹੀਂ, ਫਿਰ ਸਿੱਧਾ ਜਿਹਾ ਕੰਮ ਆ ਵੀ ਇਹਨਾਂ ਨੂੰ ਕਰਾਮਾਤ ਨਾ ਪੁੱਠੇ ਨਾ ਕਰਦੇ। ਹਰ ਗੁਸੈਲ ਤੇ ਕਰੋਤੀ ਬੰਦੇ 'ਚ ਹੁੰਦਾ, ਹੰਕਾਰੀ 'ਚ ਜੇ ਉਹਦਾ ਨੁਕਸਾਨ ਹੋ ਜੇ ਨਾ ਤੇ ਉਹ ਹੰਕਾਰੀ ਖੁਸ਼ ਹੁੰਦਾ ਹੈ, ਬਹੁਤ ਖੁਸ਼, ਵਿਲਾ ਵਧੀਆ ਹੋ ਗਿਆ, ਚੰਗਾ ਹੋ ਗਿਆ, ਇਹਦੇ ਨਾਲ ਇਦਾਂ ਹੀ ਹੋਣੀ ਚਾਹੀਦੀ ਸੀ। ਬਾਹਰੋਂ ਬਾਹਰੋਂ ਹਮਦਰਦੀ ਕਰਦਾ ਹੈ ਹੰਕਾਰੀ ਇਨਸਾਨ। ਹੁਣ ਉਹਨੇ ਜਦੋਂ ਵੇਖਿਆ ਵੀ ਗੁਰੂ ਸਾਹਿਬ ਅੱਗੇ ਮੇਰਾ ਜ਼ੋਰ ਹੀ ਨਹੀਂ ਕੋਈ ਚੱਲਦਾ, ਪਹਿਲਾਂ ਹਮਦਰਦੀ ਕੀ ਕਰੇ ਵੀ ਇਹਨਾਂ ਕੋਲ ਗਿਆਨ ਬੜਾ ਹੈ, ਫਿਰ ਉਹਨੇ ਸੋਚਿਆ ਉਲਟਾ ਕੇ ਮਾਰਦਾ ਇਹਨਾਂ ਨੂੰ ਮੈਂ ਸਵੇਰ ਤੋਂ ਥੱਲੇ ਕਰਾਮਾਤ ਵਿਖਾਵਾਂ। ਇਹ ਤੇ ਗੁਰਖ ਨੇ ਵੀ ਕੀਤਾ ਹੈ। ਹੰਕਾਰੀ ਬੰਦੇ ਦਾ ਇੱਕੋ ਹਿਸਾਬ ਹੁੰਦਾ, ਕੋਈ ਗੱਲ ਪੁੱਛੋ ਜਵਾਬ ਨਹੀਂ ਆਉਂਦਾ, ਕੁਝ ਚੋਕੇ ਮਾਰਦਾ। ਆਪਣੇ ਘਰਾਂ 'ਚ ਕਿੰਨੇ ਹੁੰਦੇ ਸਾਰਿਆਂ ਨੂੰ, ਕੋਈ ਦਾ ਭਰਾ, ਕਿਸੇ ਦੀ ਭੈਣ, ਕਿਸੇ ਦੀ ਮਾਤਾ, ਕਿਸੇ ਦਾ ਪਿਓ, ਕਿਸੇ ਦਾ ਦਾਦਾ। ਜਦ ਉਹਨੂੰ ਕੋਈ ਗੱਲ ਪੁੱਛ ਲਓ ਨਾ, ਉਹਨੇ ਤਾਂਬਰ ਕਰਨਾ, ਤਾਂਡਵ ਕਰਕੇ ਉੱਚੀ ਉੱਚੀ ਭੜਕੂਗਾ। ਉਹ ਕੀ ਹੁੰਦਾ ਵੀ ਜੇ ਮੈਂ ਉੱਚੀ ਬੋਲੂ, ਦਾਬਾ ਮਾਰੂ, ਆਪੇ ਡਰ ਡਰ ਜਾਣਗੇ, ਸਾਰੇ ਚੁੱਪ ਹੋ ਜਾਣਗੇ। ਫਿਰ ਅਗਲਾ ਕਹਿੰਦਾ ਛੱਡ ਪਰਾਂ, ਕੰਨ ਕਲੇਸ਼ੀ ਨੂੰ ਛੇੜਨਾ, ਕੀ ਲੈਣਾ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਖੜੇ ਤੇ ਸਤਿਗੁਰਾਂ ਤੇ ਕਰਾਮਾਤ ਕਰੇ ਮੰਤਰ ਪੜ੍ਹ ਕੇ, ਗੁਰੂ ਬਾਬਾ ਜੀ ਵੇਖ ਕੇ ਹੱਸ ਪਏ, ਮੁਸਕਰਾ ਪਏ, ਕਹਿੰਦੇ ਵਿਚਾਰੇ ਦੀ ਕਰਾਮਾਤ ਚੱਲੀਓ ਕੋਈ ਨਾ ਸਤਿਨਾਮ। ਗੁਰੂ ਵੀ ਜ਼ੋਰ ਲਾਉਂਦਾ ਸੀ, ਮੈਂ ਸਿੱਲ ਪੁੱਠੀ ਕਰ ਦਿਆਂ, ਪੱਥਰ ਥੱਲੇ ਦੇ ਦਿਆਂ। ਮਛਿੰਦਰ ਨਾਥ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ, ਪਰ ਗੁਰੂ ਨਾਨਕ ਪਾਤਸ਼ਾਹ ਤੇ ਭਾਈ ਬਾਲੇ ਮਰਦਾਨੇ ਦਾ ਕੁਝ ਵੀ ਵਿਗਾੜ ਸਕਿਆ ਨਾ। ਸਬੈ ਬਿਦ ਜੋਹਿ ਦੇਖ ਆਪ ਤੇ ਵਸੀਖ ਲਖ, ਲਜਤ ਹੈ ਵਹਟ ਜਾਤ ਰਿਦੈ ਪਛਤਾਤ ਹੈ। ਹੁਣ ਨਾ ਰਾਹ ਰੋਕ ਸਕਿਆ, ਸਤਿਗੁਰਾਂ ਨੂੰ ਅੰਦਰੋਂ ਅੰਦਰ ਦਿਲੋਂ ਜਾਣਿਆ ਵੀ ਤੇ ਸੱਚੀ ਵੱਡੇ ਨੇ ਮੇਰੇ ਤੋਂ, ਮੈਂ ਤਾਂ ਨਹੀਂ ਜਿੱਤ ਸਕਦਾ। ਕਰਾਮਾਤ ਲਾ ਲਈ, ਗਿਆਨ ਦੀ ਚਰਚਾ ਕਰਕੇ ਵੇਖ ਲਈ, ਦਾਬਾ ਮਾਰ ਕੇ ਵੇਖ ਲਿਆ, ਹੰਕਾਰ 'ਚ ਡਰਾ ਕੇ ਦੇਖ ਲਿਆ, ਕਿਸੇ ਪਾਸੇ ਗੁਰੂ ਨਾਨਕ ਪਾਤਸ਼ਾਹ ਉਹਦੇ ਮੇਚ ਨਾ ਆਏ। ਫਿਰ ਸ਼ਰਮ ਦਾ ਮਾਰਾ ਕੀ ਕਰਦਾ, ਆਪਣੇ ਗੁਰੂ ਵਾਂਗੂ ਅਲੋਪ ਹੋ ਗਿਆ। ਆਖੋ ਸਤਿਨਾਮ। ਹੰਕਾਰੀ ਬੰਦਾ ਬਹੁਤਾ ਰੌਲਾ ਪਾਉਂਦਾ ਏ, ਫਿਰ ਡਰ ਵੀ ਜਾਂਦਾ, ਫਿਰ ਲੱਭਦਾ ਵੀ ਨਹੀਂ ਹੁੰਦਾ ਛੇਤੀ, ਅਲੋਪ ਹੋ ਗਿਆ। ਭਾਈ ਬਾਲਾ ਜੀ ਕਹਿੰਦੇ ਅਸੀਂ ਹੱਸ ਪਏ। ਮੈਂ ਕਿਹਾ ਮਹਾਰਾਜ ਬੁਲਾ ਕਿੱਥੇ ਗਈ? ਮਹਾਰਾਜ ਕਹਿੰਦੇ ਜਿੱਥੋਂ ਆਇਆ ਉੱਥੇ ਹੀ ਚਲੇ ਗਏ, ਸਿੱਧ ਮੰਡਲੀ ਪਹੁੰਚ ਗਏ, ਪਰ ਮਨ 'ਚ ਹਾਰ ਗਿਆ, ਸਾਹਮਣੇ ਹਾਰ ਨਹੀਂ ਕਬੂਲੀ। ਹੰਕਾਰੀ ਪੁਰਸ਼ ਦੀ ਨਿਸ਼ਾਨੀ ਹੁੰਦੀ ਹੈ ਅੰਦਰੋਂ ਭਾਵੇਂ ਉਹ ਚਾਹੁੰਦਾ ਹੀ ਹੋਵੇ, ਡਰਿਆ ਵੀ ਹੋਵੇ, ਘਬਰਾਇਆ ਹੋਵੇ, ਮੰਨ ਲੈਂਦਾ ਇਹ ਵੱਡੇ ਨੇ, ਇਹ ਸਿਆਣੇ ਨੇ, ਗੁਣਵਾਨ ਨੇ, ਪਰ ਉਹ ਕਹਿੰਦਾ ਜੇ ਮੈਂ ਆਪਣੀ ਜ਼ੁਬਾਨੋਂ ਕਹਿਤਾ ਲੋਕਾਂ ਦੇ ਵਿੱਚ ਮੇਰਾ ਕੀ ਹੈ। ਮੰਨਦਾ ਨਹੀਂ ਹੁੰਦਾ, ਅੰਦਰੋਂ ਮੰਨਦਾ, ਬਾਹਰੋਂ ਨਹੀਂ ਮੰਨਦਾ। ਕਹਿੰਦੇ ਮਛਿੰਦਰ ਨਾਥ ਨੇ ਨਾ ਬਾਹਰੋਂ ਮੰਨਿਆ ਹੀ ਨਾ, ਈਨ ਕਬੂਲੀ ਨਾ, ਜੇ ਕਬੂਲ ਲੈਂਦਾ ਚੰਗਾ ਨਾ ਰਹਿੰਦਾ। ਚਰਨ ਫੜ ਕੇ ਕਹਿੰਦਾ ਬਾਬਾ ਗੁਸਤਾਖੀ ਮਾਫ, ਤੁਸੀਂ ਜਿੱਤੇ ਮੈਂ ਹਾਰਿਆ। ਪਰ ਹੰਕਾਰ ਕਹਿੰਦਾ ਵੀ ਮੈਂ ਛੋਟਾ, ਉਹ ਕਹਿੰਦਾ ਨਹੀਂ ਮੈਂ ਵੱਡਾ। ਹੰਕਾਰੀ ਲੋਕੀ ਕਹਿੰਦੇ ਤੂੰ ਡੁੱਬ ਜਾਏਗਾ, ਤੈਨੂੰ ਕਹਿੰਦਾ ਘਾਟਾ ਥੋੜੀ ਹੈ ਯਾਰ, ਇਹ ਤੇ ਤਜਰਬਾ ਹੈ, ਮੈਂ ਤੇ ਤਜਰਬਾ ਕਰਕੇ ਵੇਖਦਾ, ਮੈਂ ਤੇ ਵੇਖਦਾ ਦੁਨੀਆ ਕੀ ਕੁਛ ਕਰਦੀ ਹੈ। ਅਸਲ 'ਚੋਂ ਹਾਰ ਚੁੱਕਿਆ ਹੁੰਦਾ, ਅੰਦਰੋਂ ਟੁੱਟ ਚੁੱਕਿਆ ਹੁੰਦਾ ਹੈ। ਪਰ ਲੋਕਾਂ 'ਚ ਜੇ ਉਹ ਮੰਨੂਗਾ ਤੇ ਲੋਕ ਕਹਿਣਗੇ ਲੈ ਇਹਦੀ ਤੇ ਮੁੱਛ ਖੜੀ ਰਹਿੰਦੀ ਸੀ, ਥੱਲੇ ਕਿਵੇਂ ਆ ਗਈ, ਇਹ ਤੇ ਵੱਡੀਆਂ ਵੱਡੀਆਂ ਗੱਲਾਂ ਕਰਦਾ ਸੀ। ਮਛਿੰਦਰ ਨਾਥ ਨੇ ਹਾਰ ਅੰਦਰੋਂ ਕਬੂਲ ਲਈ, ਬਾਹਰੋਂ ਨਹੀਂ ਮੰਨਿਆ। ਅੰਦਰੋਂ ਤੇ ਮੰਨ ਗਿਆ ਸੱਚਮੁੱਚ ਕੋਈ ਵਲੀ ਪੀਰ ਨੇ ਜਿਨ੍ਹਾਂ ਤੇ ਮੇਰੀ ਕਰਾਮਾਤ, ਮੇਰਾ ਗਿਆਨ, ਮੇਰਾ ਜ਼ੋਰ ਨਹੀਂ ਚੱਲਿਆ। ਗੋਰਖ ਕੇ ਢਿੱਗ ਜਾਏ ਬਚਨ ਲਾਏ ਐਸੇ, ਹਮ ਤਿਨ ਛੋਟੇ ਜਿਉ ਮਨ ਹਮ ਬਾਤ ਹੈ। ਗੁਰੂ ਨਾਨਕ ਸਾਹਿਬ ਕੋਲੋਂ ਹਾਰ ਕੇ ਨਾ ਮਛਿੰਦਰ ਨਾਥ ਆਪਣੇ ਗੁਰੂ ਕੋਲ ਆ ਕੇ ਕਹਿੰਦਾ ਆਦੇਸ਼ ਬਾਬਾ ਆਦੇਸ਼। ਠੰਡਾ ਜਾ ਕੇ ਇੱਕ ਪਾਸੇ ਬਹਿ ਗਿਆ। ਗੋਰਖਨਾਥ ਕਹਿੰਦਾ ਮਛਿੰਦਰਾ ਆਦੇਸ਼, ਜਿੱਤਾ ਹੈ? ਕਹਿੰਦਾ ਨਾ ਗੁਰੂਦੇਵ, ਉਹ ਏਡੇ ਬਲੀ, ਏਡੇ ਗਿਆਨੀ, ਉਹਨਾਂ ਅੱਗੇ ਤੇ ਮੇਰਾ ਜ਼ੋਰ ਹੀ ਨਹੀਂ ਚੱਲਦਾ। ਮੈਨੂੰ ਲੱਗਦਾ ਗੁਰੂ ਜੀ ਤੁਸੀਂ ਜਾਓ, ਤੁਸੀਂ ਵੀ ਨਹੀਂ ਜਿੱਤ ਸਕਦੇ। ਆਖੋ ਸਤਿਨਾਮ। ਕਹਿੰਦਾ ਬਹਿ ਜਾ। ਗਿਆ ਗੁੱਸੇ 'ਚ ਸੀ ਵੀ ਮੈਂ ਆਹ ਕਰ ਦੂੰ, ਚੁੱਕ ਲਿਆਉਂ, ਕੰਨਾਂ 'ਚ ਮੈਂ ਮੁਦਰਾ ਪਵਾ ਦੂੰ, ਨਾਥ ਬਣਾ ਦੂੰ। ਐ ਚੁੱਪ ਕਰਕੇ ਬਹਿ ਗਿਆ, ਜਿਵੇਂ ਕੀੜੀ ਪਹਾੜ ਦਾ ਕੁਝ ਕਰ ਸਕਦੀ ਨਹੀਂ, ਨਾ ਖੁੱਟ ਪੁੱਟ ਸਕਦੀ, ਅੱਜ ਵੀ ਮੁੜ ਕੇ ਚੁੱਪ ਚਪੀਤਾ ਬਹਿ ਗਿਆ। ਪਰ ਸ਼ਰਮਿੰਦਾ ਬਹੁਤ ਹੈ ਇੰਨਿਆਂ ਸਿੱਧਾਂ ਦੇ ਵਿੱਚ। ਜਿਹੜਾ ਬੰਦਾ ਛਾਲ ਮਾਰ ਕੇ ਗਿਆ ਵੀ ਮੈਂ ਕਰਕੇ ਆਉਂ, ਖਾਲੀ ਨਹੀਂ ਆਉਂਦਾ,
ਤੇ ਮੁੜ ਕੇ ਇੰਨਿਆਂ 'ਚ ਬਹਿਣਾ ਪਵੇ ਨਮੋਸ਼ੀ ਕਰਕੇ ਤੇ ਕਹਿਣਾ ਪਵੇ ਆਪਣੇ ਗੁਰੂ ਨੂੰ ਆ ਕੇ ਵੀ ਉੱਤੇ ਬਲੀ ਬਹੁਤ ਹੈ। ਸੱਚਮੁੱਚ ਨਾਨਕ ਪੀਰ ਲੱਗਦੇ ਨੇ, ਫਕੀਰ ਲੱਗਦੇ ਨੇ, ਰੱਬੀ ਨੂਰ ਲੱਗਦੇ ਨੇ। ਮੈਂ ਰਾਹ ਵੀ ਉਹਨਾਂ ਦਾ ਰੋਕਿਆ, ਰੋਕ ਨਹੀਂ ਸਕਿਆ। ਉਹਨਾਂ ਤੇ ਮੇਰੀ ਕਰਾਮਾਤ ਵੀ ਖੋਲੀ ਆਖੋ ਸਤਿਨਾਮ। ਕੁਝ ਸਮਾਂ ਉਹ ਵੀ ਕੰਮ ਨਹੀਂ ਕੀਤੀ। ਜਦੋਂ ਇਹ ਗੱਲ ਬਾਕੀ ਸਿੱਧਾ ਨੇ ਸੁਣੀ, ਹੁਣ ਹੰਕਾਰੀ ਬੰਦਾ ਕਹਿੰਦਾ ਲੈ ਜੇ ਤੂੰ ਨਹੀਂ ਕੁਝ ਕਰ ਸਕਿਆ ਮੈਂ ਘੱਟ ਆਂ, ਮੈਨੂੰ ਮੌਕਾ ਦੇ। ਬੜੇ ਬੈਠੇ ਸੋਚਣ ਵੀ ਜੋ ਮਛੰਦਰ ਨਹੀਂ ਕਰ ਸਕਿਆ ਅਸੀਂ ਕਰ ਸਕਦੇ ਹਾਂ, ਕਿਉਂਕਿ ਇਹਨਾਂ ਦੀ ਕਰਾਮਾਤ ਅਲੱਗ-ਅਲੱਗ ਕੈਟਾਗਰੀ ਦੀ ਹੈ, ਅਲੱਗ-ਅਲੱਗ ਤਰੀਕੇ ਦੀ ਹੈ। ਆਪਣਾ ਆਪਣਾ ਤਾਪਾ, ਆਪਣੀ ਆਪਣੀ ਵਿਦਿਆ, ਆਪਣਾ ਆਪਣਾ ਗਿਆਨ ਹੈ। ਗੋਰਖਨਾਥ ਮੁਸਕਰਾਈ ਜਾਵੇ ਅੰਦਰੋਂ, ਨੂੰ ਪਤਾ ਸੀ ਵੀ ਜਿਹਨੂੰ ਗੁਰੂ ਨਹੀਂ ਜਿੱਤ ਸਕਿਆ ਚੇਲਾ ਜਿੱਤ ਲੂ। ਇਹ ਤੇ ਪਤਾ ਹੀ ਹੁੰਦਾ ਨਾ ਵੀ ਜਿਹਨੂੰ ਸਾਡੇ ਪਰਿਵਾਰ ਦਾ ਵੱਡਾ ਮੈਂਬਰ ਨਹੀਂ ਹਰਾ ਸਕਿਆ ਤੇ ਪੋਤਾ ਆਖੇ ਬਾਪੂ ਤੂੰ ਪਰਵਾਹ ਨਾ ਕਰ ਮੈਂ ਫੱਟੇ ਚੱਕ ਦੂੰ, ਹੋ ਸਕਦਾ ਹੈ? ਬਹੁਤ ਘੱਟ, ਰੇਅਰ ਚਾਂਸ ਨੇ। ਮਛਿੰਦਰ ਨਾਥ ਵੀ ਢੈਲਾ ਜਾ ਹੋ ਕੇ, ਢਿੱਲਾ ਜਾ ਹੋ ਕੇ ਇੱਕ ਪਾਸੇ ਬਹਿ ਗਿਆ, ਪਰ ਅੱਖਾਂ ਵਿੱਚ ਸ਼ਰਮ ਹੈ, ਪਛਤਾਵਾ ਹੈ, ਮਨ ਦੇ ਵਿੱਚ ਬੜਾ ਫਿਕਰ ਹੈ। ਉਚੇਤ ਬੋਲ ਬੋਲੇ ਮਨ ਤੇ ਨ ਡੋਲੇ ਕਬ, ਸਾਗਰ ਗੰਭੀਰ ਜਿਉ ਅਥਾ ਕਰਮਾਤ ਹੈ। ਹੁਣ ਬਣ ਕੇ ਤੇ ਦੁਸ਼ਮਣ ਗਿਆ, ਗੱਲ ਤਾਂ ਬਣਦੀ ਜੇ ਦੁਸ਼ਮਣ ਬਣਿਆ ਤਾਰੀਫ ਕਰੇ ਵੀ ਵਾਕਿਆ ਯਾਰ ਬੰਦੇ 'ਚ ਕੋਈ ਤੇ ਕੋਈ ਸਕਿੱਲ ਹੈ। ਗੋਰਖ ਪੁੱਛਦਾ, ਕਹਿੰਦਾ ਅਸਲ ਗੱਲ ਕੀ? ਕਹਿੰਦਾ ਜੀ ਬਹੁਤ ਉੱਚੀ ਬੋਲਦੇ ਆ। ਉੱਚੀ ਬੋਲਣਾ ਕੀ ਹੁੰਦਾ? ਕੌਨਫੀਡੈਂਸ। ਤੁਸੀਂ ਚਾਰ ਬੰਦਿਆਂ 'ਚ ਉੱਚੀ ਤਾਂ ਬੋਲ ਸਕਦੇ ਜੇ ਤੁਹਾਡੇ ਅੰਦਰ ਆਪਣੇ ਆਪ ਤੇ ਵਿਸ਼ਵਾਸ ਹੈ ਵੀ ਮੈਂ ਬੋਲ ਸਕਦਾ, ਮੈਨੂੰ ਕਿਸੇ ਦਾ ਡਰ ਨਹੀਂ। ਕਹਿੰਦਾ ਜੀ ਉਹਨਾਂ ਕੋਲ ਏਦਾਂ ਲੱਗਦਾ ਕੋਈ ਗਿਆਨ ਦਾ ਸਮੁੰਦਰ ਭਰਿਆ ਹੋਇਆ, ਉਹ ਤੇ ਗਿਆਨੀ ਬੜੇ ਆ ਤੇ ਉਹ ਦਬਦੇ ਵੀ ਨਹੀਂ ਮੇਰੇ ਤੋਂ। ਮੈਨੂੰ ਲੱਗਦਾ ਵੀ ਮੇਰੇ ਨਾਲੋਂ ਕੋਈ ਵੱਡੀ ਕਰਾਮਾਤ ਹੈ। ਉਹ ਕਿਉਂ ਹੈ? ਵੀ ਮੈਂ ਜ਼ੋਰ ਅਜਮਾਇਸ਼ ਕਰਕੇ ਵੇਖੀ, ਮੇਰੀ ਕਰਾਮਾਤ ਨਹੀਂ ਚੱਲਣ ਦਿੱਤੀ, ਜਿਹਨੇ ਮੇਰਾ ਜ਼ੋਰ ਨਹੀਂ ਚੱਲਣ ਦਿੱਤਾ ਮਤਲਬ ਉਹ ਵੱਡਾ ਹੀ ਹੈ ਮੇਰੇ ਤੋਂ। ਉੱਥੇ ਨਹੀਂ ਮੰਨਿਆ, ਕਿਉਂਕਿ ਉੱਥੇ ਝੁਕੂਗਾ ਤੇ ਗੁਰੂ ਕਹੇਗਾ ਤੈਨੂੰ ਤੇ ਮੈਂ ਭੇਜਿਆ ਸੀ ਥਾਪੜਾ ਦੇ ਕੇ, ਤੂੰ ਤੇ ਮੈਨੂੰ ਵੀ ਕਲੰਕ ਲਾਇਆ। ਆਪਣੇ ਗੁਰੂ ਕੋਲ ਆ ਕੇ ਪਿੱਠ ਪਿੱਛੇ ਕਹਿੰਦਾ ਏ ਉਹਨਾਂ 'ਚ ਤਾਕਤ ਬੜੀ ਹੈ, ਬਲੀ ਬੜੇ ਆ, ਜ਼ੋਰ ਬੜਾ ਹੈ ਉਹਨਾਂ ਦੇ ਵਿੱਚ। ਇੱਕ ਇੱਕ ਬਚਨ ਦਾ ਜਵਾਬ ਉਹਨਾਂ ਮੂੰਹ ਤੋੜ ਦਿੱਤਾ। ਮੈਨੂੰ ਕਹਿੰਦੇ ਹੋਰ ਪੁੱਛ। ਗੁਰੂ ਜੀ ਮੈਂ ਹਾਰ ਕੇ ਆ ਗਿਆ, ਮੈਂ ਉਹਨਾਂ ਦਾ ਕੁਝ ਵਿਗਾੜ ਨਹੀਂ ਸਕਦਾ। ਲੋਹੇ ਰਿਪਾ ਬੈਸਤ ਹੈ ਬੈਨ ਸੁਣ ਐਸਾ ਕਹਿ, ਦੇਖੋ ਸੋ ਕੈਸਾ ਮੋਕੋ ਆਇਸ ਉਚਾਰੀਏ। ਜਦੋਂ ਮਛਿੰਦਰ ਨਾਥ ਨੇ ਹਾਰ ਮੰਨ ਲਈ ਨਾ, ਕੋਲੇ ਬੈਠਾ ਸੀ ਸਿੱਧ ਲੋਹਾ ਰੀਪਾ। ਇਹ ਜਿੰਨਿਆਂ ਦੇ ਨਾਮ ਆਉਂਦੇ ਆ ਨਾ, ਅੱਜ ਵੀ ਬਾਣੀ ਪੜੋਗੇ ਸਿੱਧ ਗੋਸ਼ਟ ਨਾਮ ਦਰਜ ਨੇ ਉੱਥੇ। ਉੱਠ ਕੇ ਕਹਿੰਦਾ ਮੈਂ ਵੇਖਦਾ ਕਿਹੜਾ ਨਾਨਕ ਹੈ। ਮਛਿੰਦਰਾ ਜੀਤੋਂ ਤੂੰ ਡਰ ਕੇ ਆ ਗਿਆ ਨਾ, ਮੈਨੂੰ ਭੇਜੋ, ਗੁਰੂ ਜੀ ਆਗਿਆ ਦਿਓ ਮੈਨੂੰ, ਮੈਂ ਪਾਉਣਾ ਪੜ੍ਹਨੇ ਸਿੱਧੇ ਰਾਹ ਉਹਨਾਂ। ਕਿਆ ਚੀਜ਼ ਨੇ ਉਹ ਮੇਰੇ ਅੱਗੇ? ਹੰਕਾਰ ਖੋਲਦਾ। ਕੀ ਕਰਨਗੇ ਮੇਰਾ? ਮੈਂ ਐਸੀ ਕਰਾਮਾਤ ਵਿਖਾਵਾਂਗਾ, ਐਸੇ ਸਵਾਲ ਪੁੱਛਾਂਗਾ, ਉਹ ਰਾਹ ਭੁੱਲ ਜਾਣਗੇ ਸਮੇਰ ਤੋਂ ਅਗਲਾ। ਗੋਰਖਨਾਥ ਕਹਿੰਦਾ ਆਦੇਸ਼ ਤੂੰ ਜਾ। ਖੁਸ਼ ਹੈ ਜੀ, ਹੰਕਾਰਿਆ ਵੀ ਜੇ ਮੈਂ ਜਿੱਤ ਕੇ ਆ ਗਿਆ ਸਿੱਧ ਮੰਡਲੀ 'ਚ ਤੇ ਮੇਰੀ ਚਰਚਾ ਹੋਊਗੀ ਵੀ ਜਿਹਨੂੰ ਮਛਿੰਦਰ ਨਾਥ ਨਹੀਂ ਜਿੱਤ ਸਕਿਆ ਲੋਹਾ ਰੀਪਾ ਜਿੱਤ ਕੇ ਆ ਗਿਆ। ਹੁਣ ਇਹ ਸਿੱਧਾ 'ਚੋਂ ਲੋਹਾ ਰੀਪਾ ਦੀ ਜਾਣਗੇ, ਜੋ ਕੁਝ ਹੋਊਗਾ ਕੱਲ ਦੇ ਦੀਵਾਨਾਂ 'ਚ ਸਰਵਣ ਕਰਾਂਗੇ। ਵਾਹਿਗੁਰੂ 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 ਵਾਹਿਗੁਰੂ।